ਹੈਲੋ ਹੈਲੋ, ਹਾਂਜੀ। ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਔਰ ਤੁਹਾਡੇ ਸਾਰਿਆਂ ਨੂੰ ਜੀ ਆਇਆਂ। ਅੱਜ ਅਸੀਂ ਇਸ ਸ਼ੋਅ ਦੇ ਵਿੱਚ ਇੱਕ ਐਸੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ ਜਿਨ੍ਹਾਂ ਨੇ ਸਾਹਿਤਕ ਖੇਤਰ ਦੇ ਵਿੱਚ ਔਰ ਐਜੂਕੇਸ਼ਨ ਖੇਤਰ ਦੇ ਵਿੱਚ, ਪੱਤਰਕਾਰੀ ਦੇ ਖੇਤਰ ਦੇ ਵਿੱਚ ਔਰ ਸਮਾਜਿਕ ਖੇਤਰ ਦੇ ਵਿੱਚ ਵੀ ਬਹੁਤ ਸ਼ਾਨਦਾਰ ਸੇਵਾਵਾਂ ਕੀਤੀਆਂ ਹਨ ਔਰ ਅਜੇ ਵੀ ਆਪਣੀਆਂ ਸੇਵਾਵਾਂ ਨੂੰ ਇਹ ਲਾਗੂ ਕਰ ਰਿਹਾ। ਉਹਨਾਂ ਨੇ ਜਿੱਥੇ ਪੱਤਰਕਾਰੀ ਦੇ ਵਿੱਚ ਆਪਣਾ ਅਹਿਮ ਸਥਾਨ ਬਣਾਇਆ, ਉੱਥੇ ਉਹਨਾਂ ਨੇ ਇੱਕ ਲੇਖਕਾ ਹੋਣ ਦੇ ਨਾਤੇ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਨੂੰ ਵੀ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਭੇਂਟ ਕੀਤਾ। ਮੇਰੀ ਮੁਰਾਦ ਹੈ ਸਰਦਾਰਨੀ ਗੁਰਮੇਲ ਕੌਰ ਸੰਘਾ, ਜਿਹੜੇ ਇੰਗਲੈਂਡ ਵਿੱਚ ਰਹਿੰਦੇ ਹਨ ਆਪਣੇ ਪਰਿਵਾਰ ਸਮੇਤ। ਉਹ ਅੱਜ ਇਸ ਸ਼ੋਅ ਦੇ ਵਿੱਚ ਤੁਹਾਡੇ ਰੂਬਰੂ ਹੋਣ ਦੇ ਲਈ ਇੱਥੇ ਪਹੁੰਚੇ ਹਨ ਔਰ ਮੈਂ ਤੁਹਾਡੇ ਨਾਲ ਉਹਨਾਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦਾ ਔਰ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਆਪਣੇ ਬਹੁਤ ਸਾਰੇ ਕੀਮਤੀ ਰੁਝੇਵਿਆਂ ਵਿੱਚੋਂ ਵਕਤ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਸਾਨੂੰ ਮਾਣ ਬਖਸ਼ਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਮੈਨੂੰ ਹਾਂਜੀ ਕੌਮੀ ਮਸਲਿਆਂ ਤੇ ਥੈਂਕ ਯੂ। ਹਾਂਜੀ ਗੁਰਮੇਲ ਜੀ, ਅਗਲੀ ਗੱਲ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਤੁਸੀਂ ਆਪਣੀ ਬੈਕਗਰਾਉਂਡ, ਆਪਣੀ ਐਜੂਕੇਸ਼ਨ ਦੇ ਬਾਰੇ ਕੁਝ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ। ਹਾਂਜੀ, ਮੇਰਾ ਪਿੰਡ ਰਹੀਮਪੁਰ ਆ ਜੀ, ਜ਼ਿਲ੍ਹਾ ਜਲੰਧਰ ਦੇ ਵਿੱਚ, ਕਾਲਾ ਸਿੰਘਾਂ ਲਾਗੇ। ਹਾਂਜੀ। ਤੇ ਮੇਰੀ 10ਵੀਂ ਤੱਕ ਦੀ ਜਿਹੜੀ ਪੜ੍ਹਾਈ ਸੀਗੀ ਸਕੂਲ ਤੋਂ ਹੋਈ ਸੀ, ਸਰਕਾਰੀ ਸਕੂਲ ਤੋਂ, ਜਿਹੜੇ ਪਿੰਡ 'ਚ ਹੀ ਸਾਡਾ ਗੌਰਮੈਂਟ ਹਾਈ ਸਕੂਲ ਸੀ। ਹਾਂਜੀ। ਤੇ ਹਾਂਜੀ, BA ਦੀ ਪੜ੍ਹਾਈ ਫਿਰ ਮੈਂ ਆਪਣੀ ਗੁਰੂ ਨਾਨਕ ਨੈਸ਼ਨਲ ਕਾਲਜ ਫਾਵੀਮਨ ਨਕੋਦਰ ਤੋਂ ਕੀਤੀ ਸੀ ਤੇ MA ਕੀਤੀ ਸੀ ਮੈਂ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਪੰਜਾਬੀ ਪਟਿਆਲਾ ਚ। ਤੋਂ। ਹਾਂਜੀ 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 ਹਾਂਜੀ। ਤੇ MA ਕਰਨ ਤੋਂ ਬਾਅਦ ਤੁਸੀਂ ਕਿਹੜੇ ਪਾਸੇ ਆਪਣਾ ਰੁਝਾਨ ਰੱਖਿਆ ਜੀ? ਮੈਂ ਰੁਝਾਨ ਤਾਂ ਜੀ ਸਕੂਲ ਤੋਂ ਹੀ ਸ਼ੁਰੂ ਕਰ ਲਿਆ ਸੀਗਾ। ਸਕੂਲ 'ਚ ਮੈਨੂੰ ਕਵਿਤਾਵਾਂ ਬੋਲਣ ਦਾ ਸ਼ੌਕ ਸੀ, ਨਾਟਕਾਂ ਵਗੈਰਾ 'ਚ, ਸਕੂਲ ਦੇ ਹਰ ਪ੍ਰੋਗਰਾਮ 'ਚ ਹਿੱਸਾ ਲੈਣ ਦਾ ਬੜਾ ਸ਼ੌਕ ਸੀਗਾ, ਪੜ੍ਹਨ ਵੀ ਹੁਸ਼ਿਆਰ ਸੀ। ਹਾਂਜੀ। ਤੇ ਇਸ 10ਵੀਂ 'ਚ ਜਿਵੇਂ ਮੈਨੂੰ ਉਦੋਂ ਏਦਾਂ ਦਾ ਟਾਈਮ ਸੀ, ਥੋੜਾ ਕੁੜੀਆਂ ਨੂੰ ਬਹੁਤਾ ਜ਼ਿਆਦਾ ਪੜ੍ਹਾ ਕੇ ਨਹੀਂ ਸੀ ਕੋਈ ਵੀ ਰਾਜੀ, ਕਿਉਂਕਿ ਡਰਦੇ ਸੀ ਪੇਰੈਂਟਸ, ਕੋਈ ਸਹੂਲਤਾਂ ਨਹੀਂ ਸੀ ਪੜ੍ਹਨ ਜਾਣ ਨੂੰ, ਕਿ ਬੱਸਾਂ ਤੇ ਜਾਣਾ ਪੈਣਾ ਆ, ਸਾਈਕਲ ਤੇ ਜਾਣਾ ਆ, ਕੱਲੀਆਂ ਕੁੜੀਆਂ ਨੂੰ ਭੇਜਣ ਦਾ ਡਰ ਹੁੰਦਾ ਸੀਗਾ। ਤੇ ਜਿਹੜੇ ਫਿਰ ਮਾਪੇ ਦੇਖਦੇ ਸੀਗੇ ਕਿ ਸਪੋਰਟ ਥੋੜੀ ਬਹੁਤੀ ਕਰ ਸਕਦੇ ਆ, ਜਾਂ ਫਿਰ ਬੱਚੇ ਆਪਣੀ ਆਪ ਸਪੋਰਟ ਕਰ ਲੈਂਦੇ ਸੀ, ਉਹ ਅੱਗੇ ਨਿਕਲ ਜਾਂਦੇ ਸੀ, ਕਰ ਲੈਂਦੇ, ਤੇ ਦੂਜੇ ਜਿਹੜੇ ਵਿਚਾਰੇ ਥੋੜੇ ਓਦਾਂ ਦੇ ਹੁੰਦੇ ਸੀ ਉਹ ਰਹਿ ਜਾਂਦੇ ਸੀਗੇ। ਰਹਿ ਜਾਂਦੇ ਸੀ। ਤੇ ਹਾਂਜੀ, ਇਸੇ ਕਰਕੇ ਤੇ ਕਾਲਜ ਦਾ ਵੀ ਸਬਬ ਮੇਰਾ ਇਸੇ ਤਰ੍ਹਾਂ ਹੀ ਪੜ੍ਹਾਈ ਦਾ ਬਣਿਆ। ਮੈਂ ਸਕਾਲਰਸ਼ਿਪ ਲਿਆ 10ਵੀਂ ਤੋਂ, ਫਸਟ ਡਿਵੀਜ਼ਨ 'ਚ ਪਾਸ ਹੋ ਕੇ। ਤੇ ਟੀਚਰਾਂ ਨੇ ਹੀ ਫੋਰਸ ਕੀਤਾ, ਮੈਨੂੰ ਤੱਕ ਪਤਾ ਨਹੀਂ ਸੀ ਕਾਲਜ ਜਾਣਾ ਕਿ ਨਹੀਂ ਜਾਣਾ, ਕੋਈ ਸੋਚਿਆ ਹੀ ਨਹੀਂ ਸੀ ਇਹੋ ਜਿਹਾ, ਕਿਉਂਕਿ ਕੋਈ ਕੁੜੀ ਪੜ੍ਹਾਉਂਦਾ ਨਹੀਂ ਸੀ ਪਿੰਡ 'ਚੋਂ ਇੰਨੀ ਅੱਗੇ ਸਕੂਲ ਤੋਂ ਬਾਅਦ। ਹਾਂਜੀ। ਤੇ ਫਿਰ ਕਾਲਜ ਐਡਮਿਸ਼ਨ ਲਈ, ਉੱਥੇ ਵੀ ਦਿਲ ਲਾ ਕੇ ਪੜ੍ਹਾਈ ਕੀਤੀ। ਤੇ ਕਾਲਜ ਤੋਂ ਹੀ ਫਿਰ ਮੈਨੂੰ, ਕਿਉਂਕਿ ਜਿਹੜਾ ਸ਼ੌਕ ਸੀ ਅੰਦਰ ਜਾਂ ਕੋਈ ਕਲਾ ਸੀ ਉਹ ਨਿਕਲਦੀ ਸੀ, ਮੈਂ ਉੱਥੇ ਵੀ ਇੱਧਰ ਕੁਛ ਨਾ ਕੁਛ ਲਿਖਦੀ ਰਹਿੰਦੀ ਸੀ, ਕੋਸ਼ਿਸ਼ ਕਰਦੀ। ਮੈਨੂੰ ਗਾਉਣ ਦਾ ਸ਼ੌਕ ਸੀ, ਸਟੇਜ ਤੇ, ਕਾਲਜ ਦੇ, ਸਕੂਲ ਦੇ ਵੀ ਏਦਾਂ ਹੀ ਸੀ। ਫਿਰ ਕਾਲਜ ਦੇ ਮੈਂ ਆਪਣੇ ਗੀਤ ਲਿਖ ਕੇ ਕੋਸ਼ਿਸ਼ ਕਰਦੀ ਸੀ ਗਾਉਣ ਦੇ, ਪਰ ਦੂਜਿਆਂ ਦੇ ਨਹੀਂ। ਫਿਰ ਉੱਥੇ ਮੈਗਜ਼ੀਨ ਨਿਕਲਦਾ ਸੀ, ਚਿੜੀਆਂ ਦਾ ਚੰਬਾ, ਕਾਲਜ ਵੱਲੋਂ, ਨੈਸ਼ਨਲ ਤੇ ਕਾਲਜ ਉੱਥੇ ਦੇ ਵਿੱਚ। ਹਾਂਜੀ, ਗੁਰੂ ਨਾਨਕ ਨੇ, ਹਜੇ ਵੀ ਸ਼ਾਇਦ ਨਿਕਲਦਾ ਹੋਣਾ। ਤੇ ਹਾਂਜੀ। ਉਹਨਾਂ ਨੇ ਹਾਂਜੀ ਟੈਸਟ ਲਿਆ ਕਾਫੀ ਕੁੜੀਆਂ ਦਾ, ਉਹਦੇ 'ਚ ਐਡੀਟਰ ਚੂਜ਼ ਕਰਨ ਨੂੰ, ਤੇ ਮੈਂ ਉਹ ਫਸਟ ਜਿਵੇਂ ਗ੍ਰੇਡ 'ਚ ਪਾਸ ਕੀਤਾ, ਤੇ ਹਾਂਜੀ। ਮੈਨੂੰ ਉਹਨਾਂ ਨੇ ਕਾਲਜ ਮੈਗਜ਼ੀਨ ਦੀ ਐਡੀਟਰ ਚੁਣਿਆ, ਪੰਜਾਬੀ ਵਿੰਗ ਦੀ। ਠੀਕ ਹੈ ਜੀ। ਹਾਂਜੀ, ਤੇ ਉਸ ਵੇਲੇ ਮੇਰੀਆਂ ਪਹਿਲੀ ਵਾਰੀ ਕਵਿਤਾਵਾਂ ਜਿਹੜੀਆਂ ਸੀ, ਕਹਾਣੀ ਮੇਰੀ ਉੱਥੇ ਪ੍ਰਕਾਸ਼ਿਤ ਹੋਈਆਂ ਉਸ ਪੇਪਰ 'ਚ। ਤੇ ਉੱਥੋਂ ਫਿਰ ਮੈਨੂੰ ਥੋੜੀ ਹਿੰਮਤ ਵੀ ਮਿਲ ਗਈ ਕਿ ਕੋਈ ਜੋ ਮੈਂ ਲਿਖਦੀ ਹਾਂ ਇਹਦਾ ਮਤਲਬ ਉਹਦੇ 'ਚ ਕੁਛ ਹੈਗਾ ਆ, ਮੈਂ ਲਿਖਣਾ ਛੱਡਣਾ ਨਹੀਂ, ਮੈਂ ਹੋਰ ਲਿਖਦੀ ਰਵਾਂ। ਤੇ ਫਿਰ ਮੈਂ ਲਿਖਣਾ, ਫਿਰ ਯੂਨੀਵਰਸਿਟੀ ਗਈ, ਯੂਨੀਵਰਸਿਟੀ ਦਾ ਮੈਗਜ਼ੀਨ ਨਿਕਲਦਾ ਸੀ ਚਿਰਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ, ਉੱਥੇ ਮੇਰੀ ਕਹਾਣੀ ਚੁਣੀ ਗਈ, ਉਹ ਮੇਰੀ ਕਹਾਣੀ ਪ੍ਰਕਾਸ਼ਿਤ ਹੋਈ। ਤੇ ਉਸ ਤੋਂ ਬਾਅਦ ਜਿਵੇਂ BA ਕਰਦੇ ਹੀ ਮੈਨੂੰ ਸਾਡੇ ਲਾਗੇ ਇੱਕ ਸਕੂਲ ਹੁੰਦਾ ਸੀ, ਇੰਗਲਿਸ਼ ਸਕੂਲ,
ਉੱਥੇ ਪੜ੍ਹਾਉਣ ਦਾ ਮੌਕਾ ਮਿਲਿਆ, ਆਫਰ ਹੋਇਆ ਮੈਨੂੰ ਕਿ ਪੜ੍ਹਾਉਣਾ। ਮੈਂ ਮੰਮੀ ਡੈਡੀ ਨੂੰ ਮੈਂ ਕਿਹਾ ਮੈਂ ਜੋਬ ਕਰਨੀ ਚਾਹੁੰਦੀ ਹਾਂ ਕਿਉਂਕਿ ਮੈਂ ਅੱਗੇ ਪੜ੍ਹਨਾ ਚਾਹੁੰਦੀ, ਜੇ ਮੇਰੇ ਖਰਚਾ ਮੈਂ ਆਪੇ ਚੱਕ ਲਊਂਗੀ। ਮੈਂ ਕੋਰਸਪੋਂਡੈਂਸ ਪੜ੍ਹਾਈ ਕੀਤੀ, ਫਿਰ ਐਮਏ ਕੀਤੀ ਸੀਗੀ। ਥੋੜੀ ਦੇਰ 2 ਵਾਰੀ ਜਾਣਾ ਪੈਂਦਾ ਸੀ ਯੂਨੀਵਰਸਿਟੀ, ਹੋਸਟਲ 'ਚ ਰਹਿ ਕੇ ਪੜ੍ਹਨਾ ਕਿਉਂਕਿ ਦੂਰ ਸੀ ਕਾਫੀ ਆਪਣੇ ਤੋਂ, ਤੇ ਇਸ ਕਰਕੇ ਉੱਥੇ ਰੋਜ਼ ਜਾਣਾ ਆਉਣਾ ਜਿਹੜਾ ਔਖਾ ਸੀਗਾ। ਨਾਲ ਨਾਲ ਪੜ੍ਹਾਈ ਕੀਤੀ, ਨਾਲ ਨਾਲ ਮੈਂ ਪੜ੍ਹਾਇਆ 2 ਸਾਲ ਉੱਥੇ। ਪੜ੍ਹਾਉਣ ਤੋਂ ਬਾਅਦ ਫਿਰ ਕਾਲਾ ਸੰਘਿਆ ਸੰਤ ਹੀਰਾ ਦਾਸ ਕੰਨਿਆ ਮਹਾਵਿਦਿਆਲਿਆ ਕਾਲਾ ਸੰਘਿਆ ਆਪਣੇ ਲਾਗੇ ਆ, ਫਿਰ ਉੱਥੋਂ ਦੀ ਕਮੇਟੀ ਨੇ ਮੇਰੇ ਟੀਚਰਾਂ ਦੇ ਰਾਹੀਂ ਸੰਪਰਕ ਕੀਤਾ ਕਿਉਂਕਿ ਮੇਰੇ ਅਧਿਆਪਕ ਜਿਹੜੇ ਉਹ ਵੀ ਜਾਣਦੇ ਸੀ ਬਹੁਤ, ਮੈਂ ਰਿਸਪੈਕਟ ਉਹਨਾਂ ਦੀ ਸਾਰਿਆਂ ਦੀ ਕਰਦੀ ਆ, ਤੇ ਉਹਨਾਂ ਨੇ ਅੱਗੋਂ ਰਿਕਮੈਂਡ ਕੀਤਾ ਸੀ ਮੇਰਾ ਨਾਂ। ਤੇ ਕਾਲਜ 'ਚ ਮੈਨੂੰ ਹੋਮ ਸਾਇੰਸ ਦੇ ਅਧਿਆਪਕ, ਜਿਵੇਂ ਪ੍ਰੋਫੈਸਰ ਕਹਿੰਦੇ ਆਪਾਂ ਕਾਲਜ ਦੇ ਵਿੱਚ, ਜਾਂ ਟੀਚਰ ਵਜੋਂ ਹਾਂਜੀ +1 +2 ਲਈ ਮੈਨੂੰ ਚੁਣਿਆ ਗਿਆ, ਤੇ ਮੈਨੂੰ ਘਰੇ ਉਹਨਾਂ ਨੇ ਆ ਕੇ ਆਫਰ ਕੀਤਾ ਤੇ ਮੈਂ ਹਾਂ ਕਰ ਦਿੱਤੀ। ਫਿਰ ਸਕੂਲ ਛੱਡ ਕੇ ਮੈਂ ਕਾਲਜ ਚਲ ਗਈ। ਫਿਰ ਹਾਂਜੀ ਨਾਲ ਨਾਲ ਮੈਂ ਪੜ੍ਹਾਉਂਦੀ ਰਹੀ, ਨਾਲ ਨਾਲ ਮੈਂ ਐਮਏ ਕੀਤੀ। ਠੀਕ ਹੈ ਜੀ। ਤੇ ਫਿਰ ਐਮਏ ਕਰਨ ਤੋਂ ਬਾਅਦ ਫਿਰ ਮੈਂ ਅੱਗੋਂ ਵੀ ਹਿਸਟਰੀ ਦੀ ਐਮਏ ਸ਼ੁਰੂ ਕੀਤੀ, ਅਜੇ 1 ਸਾਲ ਹੀ ਕੀਤਾ ਸੀਗਾ। ਤੇ ਫਿਰ ਪੜ੍ਹਾਉਂਦਿਆਂ ਤੇ ਜਦੋਂ 97 ਚ ਫਿਰ ਮੇਰਾ ਵਿਆਹ ਹੋ ਗਿਆ ਤੇ ਮੈਂ ਇੱਥੇ ਆ ਗਈ। ਇੰਗਲੈਂਡ ਦੇ ਵਿੱਚ ਆਣ ਕੇ ਨਾ ਜੀ। ਹਾਂਜੀ ਤੁਸੀਂ ਸ਼ਬਦਾਂ ਤੋਂ ਗੀਤਾਂ ਤੇ ਕਵਿਤਾਵਾਂ ਤੱਕ ਦੀ ਜੰਗ ਨੂੰ ਬਹੁਤ ਸਫਲਤਾ ਨਾਲ ਸਰ ਕੀਤਾ। ਜੀ ਇਹ ਜਿਹੜੀ ਜੰਗ ਸੀ ਉਹਨੂੰ ਸਫਲਤਾ ਪੂਰਵਕ ਹਾਸਲ ਕਰਨ ਲਈ ਜਾਂ ਜਿੱਤਣ ਦੇ ਲਈ ਤੁਹਾਨੂੰ ਬਹੁਤ ਸਾਰੀਆਂ ਕੋਈ ਹਾਰਡਸ਼ਿਪ ਦਾ ਵੀ ਸਾਹਮਣਾ ਕਰਨਾ ਪਿਆ ਹੋਊਗਾ। ਜੀ ਬਿਲਕੁਲ, ਆਈ ਥਿੰਕ ਸਾਡੇ ਜ਼ਿਆਦਾਤਰ ਕੁੜੀਆਂ ਨੂੰ ਇਹ ਸਾਹਮਣਾ ਕਰਨਾ ਪੈਂਦਾ ਆ। ਇਹ ਸਾਡਾ ਜਾਂ ਸਮਾਜਿਕ ਢਾਂਚਾ ਕਹਿ ਲਓ ਜਾਂ ਸੋਚ, ਸਾਰੇ ਬੰਦੇ ਹਜੇ ਸਾਰੇ ਇੱਕੋ ਜਿਹੇ ਵੀ ਨਿਗੇ। ਜ਼ਿਆਦਾਤਰ ਲੋਕ ਜਿਹੜੇ ਹਜੇ ਅਸੀਂ ਉੱਥੇ ਦੇ ਉੱਥੇ ਬੈਠੇ ਆ। ਆਪਾਂ ਲੇਡੀਜ਼, ਜਿਵੇਂ ਮੈਂ ਇੱਥੇ ਜਦੋਂ ਆਈ, ਆਉਂਦੇ ਮੈਨੂੰ ਦੇਸ਼ ਪ੍ਰਦੇਸ਼ 'ਚ ਸਬ ਐਡੀਟਰ ਦੀ ਜੋਬ ਮਿਲ ਗਈ ਕਿਉਂਕਿ ਮੈਂ ਇਹ ਚੀਜ਼ਾਂ ਕੀਤੀਆਂ ਸੀ। ਹੁਣ ਉੱਥੇ ਵੀ ਜਦੋਂ ਮੇਰੀਆਂ ਸਾਰੀ ਵਰਲਡ ਵਾਈਡ ਪੇਪਰਾਂ 'ਚ, ਨਿਊਜ਼ ਪੇਪਰਾਂ 'ਚ, ਮੈਗਜ਼ੀਨਾਂ 'ਚ ਮੇਰੀਆਂ ਕਵਿਤਾਵਾਂ, ਗੀਤ ਮੇਰੇ ਛਪਦੇ ਸੀ। ਮੈਂ ਬੱਚਿਆਂ ਲਈ ਵੀ ਕਵਿਤਾਵਾਂ ਲਿਖਦੀ ਸੀ, ਉਹ ਵੀ ਛਪਦੀਆਂ ਸੀ। ਸਟੇਜਾਂ ਤੇ ਵੀ ਬੋਲਣ ਦਾ ਮੌਕਾ ਮੇਰੇ ਕੋਲੋਂ, ਕਿਉਂਕਿ ਉੱਥੇ ਦਾ ਮਾਹੌਲ ਉਸ ਟਾਈਮ ਏਦਾਂ ਦਾ ਸੀ, ਜਿਵੇਂ ਫਿਰ ਉਹੀ ਗੱਲ ਆ ਗਈ ਕਿ ਮੈਂ ਆਪਣੇ ਮਾਪਿਆਂ ਦੀ ਜਿਹੜੀ ਮੈਨੂੰ ਖੁੱਲ੍ਹ ਦਿੱਤੀ ਸੀ ਪੜ੍ਹਾਈ ਦੀ, ਹਾਂਜੀ ਹਰ ਚੀਜ਼ ਦੀ, ਮੈਂ ਉਹਨੂੰ ਨਜਾਇਜ਼ ਨਹੀਂ ਕੋਸ਼ਿਸ਼ ਕੀਤੀ ਵਰਤਣ ਦੀ। ਮੈਂ ਉਹਨੂੰ ਜਿੱਥੇ ਜਿੱਥੇ ਜਾਇਜ਼ ਸੀ, ਕੋਈ ਨਫਾ ਸੀ, ਉਹ ਲੈਣ ਦੀ ਕੋਸ਼ਿਸ਼ ਕੀਤੀ ਕਿ ਉਹਦਾ ਆਪਾਂ ਕੋਈ ਫਾਇਦਾ ਲਈਏ, ਤੇ ਅੱਗੇ ਇੱਕ ਕੁੜੀਆਂ ਲਈ ਐਗਜ਼ਾਮਪਲ ਸੈੱਟ ਕਰਦੇ ਆ ਕਿ ਪੇਰੈਂਟਸ ਕੁੜੀਆਂ ਨੂੰ ਪੜ੍ਹਾਉਣ, ਖੁਸ਼ ਹੋ ਕੇ ਪੜ੍ਹਾਉਣ। ਇਹ ਨਾ ਹੋਵੇ ਉਹ ਕਹਿਣ ਲੈ ਉਹ ਕੁੜੀ ਪੜ੍ਹਨ ਲੱਗੀ ਸੀ ਤੇ ਇਹ ਹੋਇਆ ਸੀ ਉਹ ਹੋਇਆ ਸੀਗਾ। ਇਸ ਕਰਕੇ ਮੈਨੂੰ ਬਹੁਤ ਸਟਰਗਲ ਵੀ ਕਰਨੀ ਪਈ। ਮੈਂ ਬਹੁਤ ਸੋਚ ਸਮਝ ਕੇ ਹਰ ਕਦਮ, ਕੋਈ ਵੀ ਕਰ ਸਕਦੀ, ਕੁੜੀਆਂ ਨੂੰ ਵੀ ਮੈਂ ਰਿਕੁਐਸਟ ਵੀ ਕਰਦੀ ਆ ਕਿ ਜਦੋਂ ਮਾਪੇ ਕੋਈ ਵੀ ਕੋਸ਼ਿਸ਼ ਕਰਦੇ ਆ, ਤੁਹਾਨੂੰ ਅੱਗੇ ਵਧਣ ਦਾ ਮੌਕਾ ਦਿੰਦੇ ਆ, ਉਹਦਾ ਆਪਾਂ ਨਜਾਇਜ਼ ਫਾਇਦਾ ਨਾ ਚੁੱਕੀਏ। ਉਹਨਾਂ ਚੀਜ਼ਾਂ ਨੂੰ ਅਸੀਂ ਚੰਗੇ ਪਾਸੇ ਲਾਈਏ ਤੇ ਸਾਨੂੰ ਹਰ ਵੇਲੇ ਮਾਪਿਆਂ ਦਾ ਖਿਆਲ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੀ ਇੱਜ਼ਤ ਬਣਾਈ ਰੱਖੀਏ। ਤੇ ਇਸ ਕਰਕੇ ਜਦੋਂ ਉੱਥੇ ਵੀ ਕਰਦੀ ਸੀ ਕੰਮ ਮੈਂ, ਤੇ ਇੱਥੇ ਆ ਕੇ ਫਿਰ ਮੈਨੂੰ ਉੱਥੇ ਨਿਊਜ਼ਪੇਪਰਾਂ ਨੇ ਕਈਆਂ ਨੇ ਮੈਨੂੰ ਪ੍ਰੈਜ਼ੀਡੈਂਟ ਚੁਣ ਲਿਆ ਸੀਗਾ। ਤੇ ਕੋਈ ਲੋਕੀ ਜਿਨ੍ਹਾਂ ਨੇ ਫੰਕਸ਼ਨ ਕਰਨਾ ਹੁੰਦਾ ਸੀ, ਜੇ ਮੈਂ ਉੱਥੇ ਨਹੀਂ ਸੀ ਪਹੁੰਚ ਸਕਦੀ ਤੇ ਉਹ ਮੇਰੇ ਕਾਲਜ ਦੇ ਵਿੱਚ ਆ ਜਾਂਦੇ ਸੀ, ਪ੍ਰੋਗਰਾਮ ਰੱਖਦੇ ਸੀਗੇ ਮੁਸ਼ਾਇਰਾ, ਤੇ ਸਾਰੇ ਕਾਲਜ ਵਾਲੇ ਵੀ ਅਟੈਂਡ ਕਰਦੇ ਸੀ, ਸਾਰੀ ਕਮੇਟੀ, ਸਾਰਾ ਸਟਾਫ, ਸਾਰੇ ਕੁੜੀਆਂ। ਉਹ ਕਹਿੰਦੇ ਸੀ ਇੱਥੇ ਤਾਂ ਸਗੋਂ ਰੌਣਕ ਬੜੀ ਹੋ ਗਈ ਆ। ਤੇ ਉੱਥੇ ਇੱਕ ਆਪਣੇ ਹੁੰਦੇ ਸੀਗੇ ਬੇਅੰਤ ਸਿੰਘ ਸਰਹੱਦੀ ਜੀ, ਹਾਂ ਜਲੰਧਰ, ਉਹਨਾਂ ਜਲੰਧਰ ਦਾ ਜਲੰਧਰ ਹੈਗੇ ਆ, ਮੇਰੇ ਵੀ ਅੱਛੇ ਮਿੱਤਰ ਹਾਂਜੀ ਹੈ। ਮੈਗਜ਼ੀਨ ਨਿਕਲਦਾ ਸੀਗਾ। ਤੇ ਇੱਕ ਅਮਰਜੀਤ ਸਿੰਘ ਜੀ ਨਿੱਜਰ, ਉਹ ਵੀ ਪੱਤਰਕਾਰ ਸੀ, ਉਹ ਵੀ ਮੇਰੇ ਕਜ਼ਨ ਵੀ ਬ੍ਰਦਰ ਆ ਮੇਰੇ। ਤੇ ਉਹ ਵੀ ਏਦਾਂ ਕਾਫੀ ਸੀਗੇ ਜਿਹੜੇ ਜਦੋਂ ਮੁਸ਼ਾਇਰਾ ਕੋਈ ਕਰਦੇ ਸੀ ਅਰੇਂਜ, ਤੇ ਉਹ ਉੱਥੇ ਆ ਜਾਂਦੇ ਸੀਗੇ। ਹੂੰ ਉੱਥੇ ਸ਼ੁਰੂ ਕਰਦੇ ਤੇ ਮੈਂ ਵੀ ਹਿੱਸਾ ਲੈਂਦੀ ਸੀਗੀ। ਤੇ ਉਸ ਕਰਕੇ ਉਹਨਾਂ ਚੀਜ਼ਾਂ ਦਾ ਤਜਰਬਾ ਸੀ ਕਰਕੇ ਜਦੋਂ ਮੈਂ ਇੱਥੇ ਦੇਸ਼ ਪ੍ਰਦੇਸ਼ ਜੋਬ ਵਿੱਚ ਸਾਲ ਕਿ ਮੈਂ ਜੋਬ ਕੀਤੀ, ਮੇਰੇ ਬੇਟੀ ਹੋ ਗਈ। ਬੇਟੀ ਤੋਂ ਬਾਅਦ ਘਰ ਦੀਆਂ ਇੰਨੀਆਂ ਜ਼ਿੰਮੇਵਾਰੀਆਂ ਮੇਰੇ ਉੱਪਰ ਪੈ ਗਈਆਂ। ਮੇਰੇ ਕੋਲੋਂ, ਮੈਂ ਇਹ ਨਹੀਂ ਕਹਿ ਸਕਦੀ ਮੈਂ ਆਪ ਛੱਡਤਾ ਸਾਰਾ ਕੁਝ, ਇਹ ਕਹਿ ਸਕਦੇ ਮੇਰੇ ਕੋਲੋਂ ਹੱਥਾਂ 'ਚ ਛੁੱਟ ਹੀ ਗਿਆ ਕਿਉਂਕਿ ਮੈਂ ਜ਼ਿੰਮੇਵਾਰੀਆਂ ਇੰਨੀਆਂ ਜ਼ਿਆਦਾ, ਫਿਰ ਕੰਮ ਉਸ ਹਿਸਾਬ ਦਾ ਕੋਸ਼ਿਸ਼ ਕੀਤੀ ਕਰਨ ਦੀ ਜਿਹਦੇ ਹਿਸਾਬ ਦੇ ਨਾਲ ਬੱਚੇ ਨੂੰ ਵੀ ਲੁੱਕ ਆਫਟਰ ਕਰ ਸਕਾਂ, ਤੇ ਘਰ ਦੀ ਵੀ ਜਿਹੜੀ ਹਾਲਤ ਹੈ, ਜੋ ਵੀ ਆ ਸਿਚੁਏਸ਼ਨ ਸਹੀ ਰੱਖ ਸਕਾਂ, ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾ ਸਕਾਂ ਸਫਲਤਾ ਦੇ ਨਾਲ, ਤੇ ਬੱਚੇ ਨੂੰ ਵੀ ਦੇਖਾਂ ਤੇ ਆਪਣੇ ਕੰਮ ਵੀ ਦੇਖਾਂ। ਇਸ ਕਰਕੇ ਮੈਨੂੰ ਫਿਰ ਉਹ ਜੋਬ ਸਾਲ ਕੁ ਬਾਅਦ ਹੀ ਛੱਡਣੀ ਪਈ। ਜਿਵੇਂ ਮੇਰੀ ਬੇਟੀ ਹੋਈ ਤੇ ਥੋੜਾ 2-4 ਹਫ਼ਤੇ ਹੀ ਮੈਂ ਕਰ ਸਕੀ, ਤੇ ਮੈਨੂੰ ਉਹ ਜੋਬ ਛੱਡ ਕੇ ਤੇ ਫਿਰ ਸਵੇਰ ਦਾ ਕੰਮ ਲੈਣਾ ਪਿਆ। ਠੀਕ ਹੈ ਜੀ।
ਤੇ ਤੁਸੀਂ ਜਿੱਦਾਂ ਬਹੁਤ ਸਾਰੇ ਮੈਗਜ਼ੀਨ, ਰਸਾਲਿਆਂ, ਅਖਬਾਰਾਂ ਲਈ ਲਿਖਦੇ ਹੋ, ਤੁਹਾਡੀਆਂ ਜੀ ਰਚਨਾਵਾਂ ਨੂੰ ਬਹੁਤ ਪੰਜਾਬੀ ਸਾਹਿਤ ਦੇ ਨਾਮਵਰ ਸਾਹਿਤਕਾਰਾਂ ਵੱਲੋਂ ਸਰਾਹਿਆ ਵੀ ਜਾ ਰਿਹਾ, ਤੁਹਾਡੀ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਆ। ਤੇ ਤੁਹਾਨੂੰ ਜਿੰਨੀਆਂ ਤੁਸੀਂ ਅੱਜ ਤੱਕ ਰਚਨਾਵਾਂ ਕੀਤੀਆਂ, ਉਹਨਾਂ ਵਿੱਚੋਂ ਸਭ ਤੋਂ ਜਿਹੜੀ ਰਚਨਾ ਨੇ ਤੁਹਾਨੂੰ ਸਕੂਨ ਦਿੱਤਾ, ਉਹ ਕਿਹੜੀ ਰਚਨਾ ਸੀ ਤੁਹਾਡੀ? ਅਮ, ਇੱਕ ਸੀ ਪੰਜਾਬੀ ਬਾਰੇ ਮੈਂ ਲਿਖੀ ਸੀ ਕਵਿਤਾ ਆਪਣੀ, ਕਿਉਂਕਿ ਮੈਂ ਨੋਟਿਸ ਕੀਤਾ ਜਦੋਂ ਤੁਸੀਂ ਮੁਸੀਬਤਾਂ ਜਦੋਂ ਕੋਈ ਵੀ ਕੁੜੀ ਆਉਂਦੀ ਆ ਪ੍ਰਦੇਸ਼ ਚ, ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ, ਕਿਸੇ ਨੂੰ ਕੋਈ ਹੁੰਦੀ ਆ, ਇਸ ਕਰਕੇ ਉਹ ਜਿੱਦਾਂ ਕਹਿ ਸਕਦੇ ਉਹਦੇ ਚੋਂ ਨਿਕਲਣਾ, ਤੇ ਸਾਨੂੰ ਕੋਈ ਨਾ ਕੋਈ ਇਹਨਾਂ ਚੀਜ਼ਾਂ ਚੋਂ ਨਿਕਲਣ ਵਾਸਤੇ ਆਪਣੇ ਸ਼ੌਕ ਰੱਖਣੇ ਜ਼ਰੂਰੀ ਆ। ਇਹ ਜ਼ਰੂਰੀ ਨਹੀਂ ਕਿ ਅਸੀਂ ਕਵਿਤਾ ਹੀ ਲਿਖਣੀ ਆ, ਕਵਿਤਾ ਦੇ ਨਾਲ ਨਾਲ ਜਿਹੜਾ ਕਈ ਆ ਕੁੜੀਆਂ, ਕਿਸੇ ਨੂੰ ਨਿਟਿੰਗ ਦਾ ਸ਼ੌਕ ਆ, ਕਿਸੇ ਨੂੰ ਕੁਕਿੰਗ ਦਾ ਹੁੰਦਾ ਆ, ਕੋਈ ਵੀ ਆ, ਤੇ ਉਹ ਸ਼ੌਕ ਨੂੰ ਨਾਲ ਨਾਲ ਲੈ ਕੇ ਜੇ ਆਪਾਂ ਚੱਲੀਏ ਤੇ ਉਹ ਜਿਹੜੀ ਆ ਸਾਡੇ ਪਰੇਸ਼ਾਨੀਆਂ ਜਾਂ ਅਸੀਂ ਦੁਖੀ ਹੁੰਨੇ ਆ ਕਈਆਂ ਚੀਜ਼ਾਂ ਤੋਂ, ਕੋਈ ਵੀ ਚੀਜ਼ ਏਦਾਂ ਦੀ ਹੁੰਦੀ ਆ ਤੇ ਅਸੀਂ ਉਹਨਾਂ ਤੋਂ ਬਚੇ ਰਹਿੰਦੇ ਆ। ਹਾਂਜੀ। ਹਾਂਜੀ, ਤੇ ਇੱਕ ਮੈਂ ਕਵਿਤਾ ਲਿਖੀ ਸੀ ਕੁਛ ਇਹੋ ਜਿਹੀ ਜਿਹੜੀ ਬਹੁਤ ਪਸੰਦ ਕੀਤੀ ਗਈ ਸੀਗੀ, ਉਹਦਾ ਨਾਂ ਸੀ ਚਾਨਣਾ ਰੇਸ਼ਮਾ, ਤੇ ਮੇਰੇ ਸੱਚ ਦੇ ਬੋਲ ਕਿਤਾਬ ਦੇ ਵਿੱਚ ਛਪੀ ਹੋਈ ਆ। ਹਾਂਜੀ। ਸੁਸਤੀ, ਹੇਰਾ ਫੇਰੀ, ਮਿਲਾਵਟ ਸਦਾ ਵਿਗਾੜੇ ਧੰਦੇ ਨੂੰ, ਹਾਂਜੀ। ਝਾਕ ਪਰਾਈ ਤੰਗ ਦਿਲੀ ਉੱਠਣ ਨਾ ਦੇਵੇ ਬੰਦੇ ਨੂੰ, ਹਾਂਜੀ। ਅਮਲ ਆਸ਼ਕੀ ਲੱਗਾ ਚੇਟਕ ਚੈਨ ਨਾਲ ਨਹੀਂ ਬਹਿਣ ਦਿੰਦੇ, ਮਿਹਨਤ ਉਦਮ ਸਬਰ ਤੇ ਸੇਵਾ ਜ਼ਿੰਦਗੀ ਵਿੱਚ ਨਾ ਢਹਿਣ ਦਿੰਦੇ। ਵਾਹ। ਬਹੁਤਾ ਖਾਦਾ ਪੀਤਾ ਤੇ ਚਿੰਤਾ ਸੌਣਾ ਔਖਾ ਕਰ ਦੇਵੇ, ਹੋਵੇ ਆਪ ਗਲਤ ਜੇ ਮਾਪਾ ਬੱਚਿਆਂ ਨੂੰ ਕੀ ਡਰ ਦੇਵੇ। ਸਾੜਾ ਈਰਖਾ ਬਹੁਤੀ ਮੈਂ ਦੇ ਲਈ ਮਾੜਾ ਰੋਗ ਹੁੰਦਾ, ਦੇਸ਼ ਕੌਮ ਤੋਂ ਵਾਰ ਜਾਏ ਜਿੰਦ ਬੰਦਾ ਪੂਜਣ ਯੋਗ ਹੁੰਦਾ। ਵੈਰੀ ਗੁੱਡ। ਜਣੇ ਖਣੇ ਦੀ ਮੰਨੀ ਜਾਣੀ, ਜਣੇ ਖਣੇ ਦੀ ਮੰਨੀ ਨਹੀਂ ਜਾਣੀ, ਜਾਂਦੀ। ਬੰਦਾ ਕਰੇ ਤਰੱਕੀ ਨਾ, ਜਿੱਤ ਦਾ ਮਜ਼ਾ ਨਾ ਆਵੇ ਸੰਗਾ, ਜੇ ਧੂੜ ਹਾਰਾਂ ਦੀ ਫੱਕੀ ਨਾ, ਜੇ ਵਾਹ ਜੀ, ਧੂੜ ਹਾਰਾਂ ਦੀ ਫੱਕੀ ਨਾ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ। ਤੁਹਾਡੇ ਬਹੁਤ ਸਾਰੇ ਲਿਖੇ ਹੋਏ ਗੀਤ ਜਿਹੜੇ ਆ ਨਾ, ਹੋਰ ਵੀ ਬਹੁਤ ਸਾਰੇ ਮਕਬੂਲ ਹੋਏ ਆ। ਕਈਆਂ ਤੁਹਾਡੇ ਸਰੋਤਿਆਂ ਦੀਆਂ ਜ਼ੁਬਾਨ ਦੇ ਉੱਤੇ ਵੀ ਉਹ ਗੀਤ ਆਉਂਦੇ ਦੇਖੇ ਗਏ ਆ। ਤੇ ਇਹਨਾਂ ਤੋਂ ਇਲਾਵਾ ਕੋਈ ਐਸਾ ਗੀਤ ਸੁਣਾਓ ਜਿਹੜਾ ਪੇਂਡੂ ਸੱਭਿਆਚਾਰ ਨੂੰ ਬਿਲੋਂਗ ਕਰਦਾ ਹੋਵੇ, ਆਪਣੇ ਸਮਾਜ ਦੇ ਜਿਹੜੇ ਗ੍ਰਾਸ ਰੂਟ ਲੈਵਲ ਦੇ ਲੋਕ ਆ, ਜਿਨ੍ਹਾਂ ਨੂੰ ਆਪਾਂ ਪਿੰਡ ਪੱਧਰ ਦੇ ਲੋਕ ਕਹਿੰਦੇ ਆ, ਜਿਨ੍ਹਾਂ ਵਿੱਚ ਆਪਣੇ ਪਰਿਵਾਰ, ਆਪਣੇ ਮਾਂ ਪਿਓ ਵੀ ਆਉਂਦੇ ਆ, ਉਹਨਾਂ ਦੀ ਜੀਵਨੀ ਨੂੰ ਜੇ ਕੋਈ ਉਜਾਗਰ ਕਰਦਾ ਕੋਈ ਤੁਹਾਡਾ ਗੀਤ ਹੈ, ਉਹ ਸੁਣਾਓ ਸਾਨੂੰ ਥੋੜ੍ਹਾ। ਅਮ, ਹਾਂਜੀ, ਇੱਕ ਗੀਤ ਮੈਂ ਧੀਆਂ ਤੇ ਲਿਖਿਆ ਸੀਗਾ, ਮੈਂ ਦੋ ਪਹਿਰੇ ਉਹਦੇ ਸੁਣਾ ਦਿੰਨੀ, ਲੰਬੀ ਆ ਕਵਿਤਾ। ਨਹੀਂ ਨਹੀਂ, ਥੋੜ੍ਹੇ ਸੁਣਾ ਦਿਓ, ਥੋੜ੍ਹਾ। ਹਾਂਜੀ, ਤੇ ਉਹ ਮੈਂ ਲਿਖਿਆ ਸੀਗਾ, ਜਿਵੇਂ ਜਿਹੜੇ ਪੇਰੈਂਟਸ ਆ, ਆਪਾਂ ਜਿਹੜੇ ਆ ਜਦੋਂ ਵੀ ਧੀ ਹੁੰਦੀ ਆ ਸੋਚ ਲੈਂਦੇ ਉਹ ਕੁੜੀ ਹੋ ਗਈ ਆ ਜਾਂ ਕਿੱਦਾਂ, ਕਿਉਂਕਿ ਬਸ ਕਿਸੇ ਦਾ ਵੀ ਨਹੀਂ, ਕਿਉਂਕਿ ਹਾਲਾਤ ਮੋਹਰੇ ਏਦਾਂ ਦੇ ਹੋ ਜਾਂਦੇ ਆ, ਇਸ ਕਰਕੇ ਆਪਾਂ ਸੋਚ ਲੈਂਦੇ ਆ ਧੀਆਂ ਸਾਡੇ ਤੇ ਭਾਰ ਆ। ਪਰ ਮੇਰਾ ਸੋਚਣਾ ਕੁਛ ਅਲੱਗ ਤਰ੍ਹਾਂ ਦਾ ਆ। ਮੈਂ ਸੋਚਦੀ ਹੁੰਦੀ ਆ, ਜੇ ਧੀਆਂ ਅਸੀਂ ਨਾਲ ਪੁੱਤਾਂ ਨੂੰ ਵੀ, ਹਰ ਇੱਕ ਮਾਪੇ ਦਾ ਫਰਜ਼ ਬਣਦਾ, ਜੇ ਅਸੀਂ ਧੀਆਂ ਨੂੰ ਸੋਚਦੇ ਆ ਕਿ ਤੂੰ ਆਹ ਕਰ ਬਗਾਨੇ ਘਰ ਜਾਣਾ, ਤੈਨੂੰ ਆਹ ਕਰਨਾ ਪੈਣਾ, ਤੈਨੂੰ ਆਹ ਕਰਨਾ ਪੈਣਾ, ਤੇ ਜੇ ਉਹਦੇ ਨਾਲ ਨਾਲ ਹੀ, ਜੇ ਹਰ ਜਗ੍ਹਾ ਤੇ ਮੈਂ ਇਹ ਗੱਲ ਕਰਦੀ ਹੁੰਦੀ, ਉਹਦੇ ਨਾਲ ਨਾਲ ਅਸੀਂ ਆਪਣੇ ਜਿਹੜੇ ਪੁੱਤਰ ਆ, ਬੇਟੇ ਆ, ਉਹਨਾਂ ਨੂੰ ਵੀ ਸਿੱਖਿਆ ਦਈਏ ਕਿ ਦੇਖੋ ਕੱਲ ਨੂੰ ਤੁਹਾਡੇ ਤੇ ਜ਼ਿੰਮੇਵਾਰੀ ਪੈਣੀ ਆ, ਕੱਲ ਨੂੰ ਤੁਹਾਡਾ ਵਿਆਹ ਹੋਣਾ ਆ, ਤੁਸੀਂ ਪਰਿਵਾਰ ਵਾਲੇ ਹੋਣਾ, ਜ਼ਿੰਮੇਵਾਰੀਆਂ ਨਿਭਾਉਣੀਆਂ ਸਿੱਖੋ, ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਦੇ ਮੋਹਰੇ ਖੜੇ ਹੋਵੋ, ਮਾਪਿਆਂ ਮੋਹਰੇ ਹਰ ਵੇਲੇ ਹੱਥ ਫੈਲਾਉਣੇ ਜਿਹੜੇ ਆ ਉਹ ਛੱਡੋ, ਜਿਵੇਂ ਧੀਆਂ ਨੂੰ ਕਹਿ ਦਿੰਦੇ ਅਸੀਂ। ਤੇ ਇੱਕ ਹੋਰ ਗੱਲ ਮੈਂ ਦੇਖਦੀ ਸੀ, ਜਿਵੇਂ ਅਸੀਂ ਜਦੋਂ ਕੁੜੀਆਂ ਪੜ੍ਹਦੀਆਂ ਆ, ਪੇਰੈਂਟਸ ਨੂੰ ਤਾਲੇ ਕਰ ਕਰਕੇ ਪੜ੍ਹਦੀਆਂ, ਮੈਨੂੰ ਕੁਛ ਨਾ ਦਿਓ ਭਾਵਾਂ, ਹੂੰ। ਮੈਨੂੰ ਪੜ੍ਹਾ ਦਿਓ, ਮੈਨੂੰ ਲਿਜਾਣ ਲਈ ਕੁਛ ਨਾ ਦਿਓ, ਪਰ ਜਦੋਂ ਦੂਜੇ ਪਾਸੇ ਜਾਂਦਾ ਉਹ ਕਹਾਣੀ ਕੁਛ ਹੋਰ ਹੋ ਜਾਂਦੀ ਆ। ਹਾਂਜੀ ਹਾਂਜੀ। ਸਹੁਰੇ ਉਹਨਾਂ ਨੂੰ, ਉਹ ਸਹੁਰਿਆਂ ਦੇ ਘਰ ਬਰੋਬਰ ਕਮਾਈ ਵੀ ਕਰਦੀਆਂ ਆ, ਬਰੋਬਰ ਵੀ ਕੀ ਅੱਗੇ ਹੋ ਕੇ ਵੀ ਕਮਾਈ ਕਰਦੀਆਂ, ਘਰ ਦੀ ਜ਼ਿੰਮੇਵਾਰੀ ਵੀ ਨਿਭਾਉਂਦੀਆਂ,
ਪਰ ਉਹਨਾਂ ਕੋਲੋਂ ਫਿਰ ਆਸ ਕੀਤੀ ਜਾਂਦੀ ਆ, ਉਹਦਾ ਸੂਟ, ਉਹਦਾ ਗਹਿਣਾ, ਉਹਦਾ ਇਹ, ਉਹਦਾ ਉਹ। ਨਾ ਤਾਂ ਮਾਪਿਆਂ ਨੂੰ ਡਰਦੀ ਕਹਿੰਦੀ ਆ ਤੇ ਨਾ ਹੀ ਉਹ ਕੁਛ ਰੋਕ ਸਕਦੀ ਆ। ਇਹਨਾਂ ਗੱਲਾਂ ਤੇ ਹੀ ਫਿਰ ਕਈ ਵਾਰੀ ਆਪਾਂ ਕਈ ਵਾਰੀ ਸੋਚਦੇ ਆ, ਜਿਵੇਂ ਸੌਰੀ ਮੈਂ ਕਵਿਤਾ ਦੇ ਨਾਲ ਹੀ ਸ਼ੁਰੂ ਕਰ ਲਈ ਗੱਲ, ਕਿਉਂਕਿ ਇਹ ਵੀ ਕੋਈ ਜ਼ਰੂਰੀ ਨਹੀਂ। ਆ ਗੱਲਾਂ। ਹਾਂਜੀ। ਹਾਂਜੀ, ਤੇ ਇਹ ਜਿਵੇਂ ਆਪਾਂ ਸੋਚਦੇ ਅੱਜ ਕੱਲ੍ਹ ਡਿਵੋਰਸ ਕਾਫੀ ਹੋਣ ਲੱਗ ਗਿਆ, ਏਦਾਂ ਕਦੀ ਕਦੀ ਫਿਰ ਕੁੜੀਆਂ ਦੁਖੀ ਹੋ ਕੇ ਵੀ ਕੋਈ ਫੈਸਲਾ ਲੈ ਲੈਂਦੀਆਂ ਆ। ਇਹਦੇ 'ਚ ਮਜਬੂਰੀ ਦੋਨੇ ਪਾਸੇ ਹੀ ਹੁੰਦੀ ਆ। ਆਪਾਂ ਨੂੰ ਇਹਨਾਂ ਚੀਜ਼ਾਂ ਦੀ ਤਹਿ ਤੱਕ, ਕਿਉਂਕਿ ਮੈਂ ਕੋਸ਼ਿਸ਼ ਕਰਦੀ ਹੁੰਦੀ, ਜਿੰਨੀ ਵੀ ਮੈਂ ਕਿਸੇ ਦੀ ਗੱਲ ਸੁਣਦੀ, ਮੈਂ ਉਹਦੀ ਤਹਿ ਤੱਕ ਜਾ ਕੇ ਕੋਸ਼ਿਸ਼ ਕਰਦੀ ਆ ਦੇਖਣ ਦੀ ਕਿ ਹੋ ਕੀ ਰਿਹਾ। ਹਾਂਜੀ। ਕਿਉਂਕਿ ਮੈਂ ਇਹ ਚੀਜ਼ਾਂ ਮੈਂ ਖੁਦ ਵੀ ਹੰਢਾਈਆਂ। ਲੋਕ ਫੇਰ ਵੀ ਸਹੁਰੇ ਤੁਸੀਂ ਚਾਹੇ ਆਦਮੀ ਨਾਲੋਂ ਦੁੱਗਣੀ ਤਨਖਾਹ ਕਮਾ ਕੇ ਲਿਆਉਂਦੇ ਆ, ਘਰ ਦੀ ਵੀ ਸਾਰੀ ਜ਼ਿੰਮੇਵਾਰੀ ਨਿਭਾਉਂਦੇ ਆ। ਤੇ ਦੂਜੀ ਗੱਲ, ਜਿਵੇਂ ਇੰਡੀਆ 'ਚ ਆ, ਬੰਦਾ ਨੌਕਰੀ ਕਰਦਾ, ਜਿਹੜੇ ਖਾਸ ਕਰ ਅਸੀਂ ਇੰਡੀਆ ਤੋਂ ਆਏ ਹੋਏ ਆ, ਅਸੀਂ ਉਹ ਇੱਥੇ ਵੀ ਮੁੰਡਿਆਂ ਨੂੰ ਕੁੜੀਆਂ ਨੂੰ ਉਸੇ ਫਰਕ ਨਾਲ ਹੀ ਪਾਲਣ ਦੀ ਕੋਸ਼ਿਸ਼ ਕਰਦੇ ਆ, ਜਾਂ ਸਾਨੂੰ ਪਤਾ ਹੀ ਨਹੀਂ ਲੱਗਦਾ, ਸਹਿ ਸੁਭਾਅ ਹੋ ਜਾਂਦਾ। ਇਹ ਹਾਂਜੀ। ਮੁੰਡਾ ਆ, ਇਹ ਮੁੰਡਾ ਆ, ਕੋਈ ਨੀ, ਇਹਨੇ ਤਾਂ ਘਰੇ ਹੀ ਰਹਿਣਾ, ਕੁੜੀ ਨੇ ਬਗਾਨੇ ਘਰ ਜਾਣਾ। ਹਾਂਜੀ। ਪਰ ਦੇਖਿਆ ਜਾਵੇ, ਮੁੰਡੇ ਨੇ ਵੀ ਬਗਾਨੇ ਘਰ 'ਚ ਪੈਰ ਰੱਖਣਾ ਆ। ਜਦੋਂ ਉਹਦਾ ਵਿਆਹ ਹੋ ਜਾਂਦਾ, ਉਹਦਾ ਆਪਣਾ ਘਰ ਹੁੰਦਾ ਆ, ਚਾਹੇ ਮਾਪਿਆਂ ਦੇ ਨਾਲ ਹੀ ਰਹਿੰਦਾ ਹੋਵੇ। ਉਹਨੂੰ ਜ਼ਿੰਮੇਵਾਰੀ ਚੱਕਣ ਦਾ ਵੀ ਸਾਨੂੰ ਜਿਹੜਾ ਆ ਆਦਤ ਜਿਹੜੀ ਸ਼ੁਰੂ ਤੋਂ ਨਿੱਕੇ ਹੁੰਦੇ ਤੋਂ ਸਿਖਾਉਣੀ ਚਾਹੀਦੀ ਆ, ਕਿ ਬਰੋਬਰ ਮੋਢੇ ਨਾਲ ਮੋਢਾ ਲਾ ਕੇ ਚੱਲੋ। ਹਾਂਜੀ। ਜਿਵੇਂ ਬੰਦੇ ਆ, ਸਵੇਰ ਨੂੰ ਉਹਨੇ ਕਹਿਣਾ ਮੈਨੂੰ ਆਹ ਵੀ ਲਿਆ ਦੇ, ਮੇਰੀ ਜੁੱਤੀ ਤਿਆਰ ਕਰ, ਮੇਰੇ ਕੱਪੜੇ ਤਿਆਰ ਕਰ, ਉਹ ਲੇਡੀ ਨੇ ਸਾਰਾ ਕੁਛ ਕਰ ਦੇਣਾ ਆ। ਫਿਰ ਜਦੋਂ ਉਹਨੇ ਵਿਚਾਰੀ ਨੇ ਆਪ ਤਿਆਰ ਹੋਣਾ, ਉਹਨੇ ਬੱਚਿਆਂ ਨੂੰ ਵੀ ਦੇਖਣਾ, ਉਹਨੇ ਘਰ ਦਾ ਵੀ ਦੇਖਣਾ, ਉਹਨੇ ਘਰ ਦੀ ਜੋ ਵੀ, ਜੇ ਘਰ 'ਚ ਕੁਛ ਮਾੜਾ ਹੋ ਗਿਆ, ਕਹਿਣਾ ਜਨਾਨੀ ਇਹਦੀ ਅਕਲ ਮਾੜੀ ਜਨਾਨੀ ਸੀ। ਏਦਾਂ ਦੀ ਹੋਣੀ ਹੈ। ਹਾਂਜੀ, ਤੇ ਜੇ ਉਹਨੇ ਨਹੀਂ ਕੀਤਾ ਤੇ ਤਾਂ ਔਖਾ, ਜੇ ਕਰਦੀ ਆ ਤੇ ਉਹਦੇ ਕੋਲ ਆਪਣੇ ਲਈ ਖਾਣ ਤੱਕ ਦਾ ਟਾਈਮ ਨਹੀਂ ਹੁੰਦਾ। ਹੁਣ ਅਸੀਂ ਕਈ ਵਾਰੀ ਗੱਡੀ 'ਚ ਚਾਹ ਰੱਖ ਕੇ, ਥੋੜਾ ਜਿਹਾ ਇੱਕ ਅੱਧਾ ਬਿਸਕਿਟ ਰੱਖ ਕੇ ਭੱਜੀ ਦਾ ਕੰਮ ਤੇ, ਡਿਊਟੀ ਤੇ ਵੀ ਟਾਈਮ ਨਾਲ ਜਾਣਾ ਹੁੰਦਾ, ਕਿਉਂਕਿ ਜਿਨ੍ਹਾਂ ਨੇ ਤਨਖਾਹ ਦੇਣੀ ਆ, ਉਹਨਾਂ ਨੂੰ ਮਤਲਬ ਨਹੀਂ ਤੁਹਾਡੇ ਨਾਲ ਤੁਸੀਂ ਕਿਵੇਂ ਆਏ ਆ, ਉਹਨਾਂ ਨੂੰ ਡਿਊਟੀ ਤੇ ਖੜੇ ਚਾਹੀਦੇ ਆ। ਚਾਹੀਦੇ। ਹਾਂਜੀ, ਹੁਣ ਸਾਰੀ ਜ਼ਿੰਦਗੀ ਜਿਵੇਂ ਮੈਂ 4:30 ਵਜੇ ਕੰਮ ਸ਼ੁਰੂ ਕਰਦੀ ਆ ਸਵੇਰੇ, ਤੁਸੀਂ? ਅਰਲੀ ਸ਼ਿਫਟ ਕੀਤੀ। ਹਾਂਜੀ, ਅੱਛਾ। ਮੈਂ ਹਾਂਜੀ ਸਿਕਿਉਰਿਟੀ ਆਫਿਸਰ ਆ ਮੈਂ ਹੀਥਰੋ ਤੇ ਉਹਦੇ ਲਈ ਮੈਨੂੰ ਸਵੇਰੇ ਤੜਕੇ ਜਾਣਾ ਪੈਂਦਾ। ਮੈਂ ਸਵੇਰ ਦੀ ਸ਼ਿਫਟ ਪ੍ਰੈਫਰ ਕੀਤੀ, ਕਿਉਂਕਿ ਮੈਂ ਬੱਚਿਆਂ ਨੂੰ ਵੀ ਦੇਖਦੀ ਆ, ਕਿ ਮੈਂ ਆਪਣੀ ਜ਼ਿੰਮੇਵਾਰੀ ਮੇਰੀ ਹੁੰਦੀ ਆ ਕਿ ਮੈਂ ਸਕੂਲੋਂ ਬੱਚਿਆਂ ਨੂੰ ਲਿਆਉਣਾ ਆ, ਰੱਖਣਾ ਆ, ਉਹਨਾਂ ਲਈ ਜੋ ਵੀ ਕਰਨਾ। ਇਹੀ ਮੇਰਾ ਮਤਲਬ ਕਹਿੰਦਾ ਹੈ ਕਿ ਸਾਨੂੰ, ਜੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨਾਲ ਚੱਲੀਏ, ਹੁਣ ਬੰਦਾ ਵੀ ਕਵੇ ਨਹੀਂ ਆਹ ਮੈਂ ਕੰਮ ਕਰ ਲੈਣਾ, ਆਹ ਤੂੰ ਕਰ ਲਾ, ਆਪਾਂ ਰਲ ਕੇ ਕਰਦੇ ਆ, ਅਸੀਂ ਇਕੱਠੇ ਚੱਲਦੇ ਆ। ਅਸੀਂ ਜੇ ਕਿਸੇ ਵੇਲੇ ਕੋਈ ਚੀਜ਼ ਜੋ ਚਾਹੁੰਦੇ ਆ ਉਹ ਨਹੀਂ ਬਣ ਸਕੀ, ਆਪਾਂ ਸੋਚਦੇ ਆਪਾਂ ਹੋਰ ਬਣਾ ਲੈਂਦੇ, ਕੋਈ ਨਹੀਂ ਗੁਜ਼ਾਰਾ ਕਰਨਾ ਆ। ਅਸੀਂ ਬੱਚਿਆਂ ਨੂੰ ਵੀ ਚੰਗੀ ਪਰਵਰਿਸ਼ ਦਈਏ। ਹੁਣ ਜਿਹੜੇ ਮੇਰੇ ਵਾਂਗੂ ਕੁੜੀਆਂ ਸੋਚਦੀਆਂ ਕਿ ਨਹੀਂ ਮੈਂ ਬੱਚਿਆਂ ਨੂੰ ਕੁਛ ਬਣਾਉਣਾ ਆ, ਮੈਂ ਕੁਛ ਪੜ੍ਹਾਉਣਾ ਆ, ਮੈਂ ਇਹਨਾਂ ਨੂੰ ਆਪ ਪੜ੍ਹਾਉਣਾ, ਮੈਂ ਇਹਨਾਂ ਨੂੰ ਹੋਮਵਰਕ ਵਗੈਰਾ ਸ਼ੁਰੂ ਤੋਂ ਆਪ ਜ਼ਿੰਮੇਵਾਰੀ ਲੈ ਕੇ ਕਰਾਉਂਦੀ ਰਹੀ, ਬੱਚੇ ਤਾਂ ਹੀ ਹੁਸ਼ਿਆਰ ਹੁੰਦੇ ਆ ਪੜ੍ਹਨ ਨੂੰ। ਜੇ ਹਾਂਜੀ। ਆਪਾਂ ਧਿਆਨ ਨਹੀਂ ਰੱਖਦੇ, ਬੱਚੇ ਹੁਸ਼ਿਆਰ ਨਹੀਂ ਹੋ ਸਕਦੇ। ਤੇ ਹਾਂਜੀ। ਇਹ ਚੀਜ਼ਾਂ ਹੁੰਦੀਆਂ, ਇਸ ਕਰਕੇ ਮੈਂ ਧੀਆਂ ਬਾਰੇ ਲਿਖਿਆ ਸੀ ਕਿ ਬਹੁਤ ਕੁਛ ਕਰ ਸਕਦੀਆਂ ਆ, ਤੇ ਇਹਨਾਂ ਨੂੰ ਆਪਾਂ ਸਾਰੇ ਸਪੋਰਟ ਕਰੀਏ। ਸੁਣਾਓ ਜਰਾ। ਹਾਂਜੀ, ਮੈਂ ਲਿਖਿਆ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਨਾ ਭੰਡੋ ਦੁਰਕਾਰੋ ਔਰਤ, ਬਾਬੇ ਨਾਨਕ ਦਾ ਫਰਮਾਨ। ਹਾਂਜੀ। ਬਿਨ ਔਰਤ ਲੱਗ ਜਾਂਦੇ ਵਸਦੇ ਘਰ ਨੂੰ ਤਾਲੇ ਨੇ, ਜਿਹੜੇ ਘਰ ਵਿੱਚ ਧੀਆਂ ਉਹ ਘਰ ਭਾਗਾਂ ਵਾਲੇ ਨੇ। ਹੂੰ। ਮਾਂ ਭੈਣ ਪਤਨੀ ਤੇ ਧੀ ਦੇ ਰਿਸ਼ਤੇ ਗੂੜੇ ਨੇ, ਦਿਨ ਤਿਉਹਾਰ ਤੇ ਖੁਸ਼ੀਆਂ ਔਰਤ ਬਿਨ ਅਧੂਰੇ ਨੇ। ਛੱਡ ਹਾਂਜੀ। ਡਰਨਾ ਭਰਦੇ ਜਜ਼ਬਾ, ਇਹਨਾਂ ਹੀ ਜੁਗ ਬਦਲਾਣੇ ਨੇ, ਜਿਹੜੇ ਘਰ ਵਿੱਚ ਧੀਆਂ ਉਹ ਘਰ ਕਰਮਾਂ ਵਾਲੇ ਨੇ। ਹਾਂਜੀ। ਚੰਦਰਯਾਨ ਮਿਸ਼ਨ ਨਾਲੇ ਜਿੱਤ ਐਵਰੈਸਟ ਚੋਟੀ ਤੇ, ਪਾਇਲਟ ਡਾਕਟਰ ਨੇਤਾ ਸਾਇੰਸਦਾਨ ਉੱਚ ਕੋਟੀ ਦੇ। ਮਾਣ ਵੱਧ ਜਾਵੇ ਮਾਪਿਆਂ ਦਾ ਜਿਨ੍ਹਾਂ ਘਾਲੇ ਨੇ, ਜਿਹੜੇ ਘਰ ਵਿੱਚ ਧੀਆਂ ਉਹ ਘਰ ਭਾਗਾਂ ਵਾਲੇ ਨੇ। ਹਾਂਜੀ। ਹਾਂਜੀ, ਇਹ ਮੈਂ ਲਿਖੀ ਸੀਗੀ ਬਹੁਤ ਸੋਹਣੀ ਕੁੜੀਆਂ ਕਵਿਤਾ ਜੀ। ਵਾਸਤੇ। ਹਾਂਜੀ, ਅੱਛਾ, ਤੇ ਬਾਕੀ ਹਾਂਜੀ। ਹਾਂਜੀ, ਚਲੋ ਅੱਗੇ। ਹਾਂਜੀ ਕਾਫੀ ਕਵਿਤਾਵਾਂ ਮੈਂ ਉਹ ਵੀ ਲਿਖੀਆਂ, ਜਿਵੇਂ ਜਦੋਂ ਮੁੰਡਿਆਂ ਦੇ ਵਿਆਹ ਹੁੰਦੇ ਆ ਤੇ ਉਹ ਮਾਪਿਆਂ ਨੂੰ ਵੀ ਤੰਗ ਲੱਗ ਜਾਂਦੇ ਆ ਕਰਨ, ਜ਼ਮੀਨਾਂ ਜਾਇਦਾਦਾਂ ਲਈ, ਉਹਨਾਂ ਦੇ ਨਾਲ ਸੰਬੰਧਿਤ ਵੀ ਹੋਰ ਵੀ। ਤੇ ਆਮ ਅਸੀਂ ਸੁਣਨ ਚਾਹੁੰਦੇ ਆ, ਜਿਵੇਂ ਕਹਿੰਦੇ ਆ ਕਿ ਜਦੋਂ ਮੁੰਡਿਆਂ ਦੇ ਵਿਆਹ ਹੁੰਦੇ ਆ, ਮੁੰਡੇ ਨੌਵਾਂ ਪੁੱਤ ਜਿਹੜੇ ਆ ਉਹ ਤੰਗ ਲੱਗ ਪੈਂਦੇ ਕਾਰਨ, ਨੌਵਾਂ ਤੰਗ ਕਰਦੀਆਂ। ਪਰ ਮੈਂ ਜਿੱਥੋਂ ਤੱਕ ਦੇਖਿਆ, ਈਵਨ ਮੈਂ ਆਪਣੇ ਭਰਾਵਾਂ, ਲਦੇਰਾ ਜੇਠਾ ਸਾਰੇ ਪਾਸੇ ਨਜ਼ਰ ਮਾਰੀ ਆ, ਉਹਦੇ 'ਚ ਮੁੰਡਿਆਂ ਦੀ ਵੀ ਗਲਤੀ ਹੁੰਦੀ ਆ। ਹਾਂਜੀ। ਜ਼ਿਆਦਾਤਰ ਮੁੰਡਿਆਂ ਦੀ ਹੁੰਦੀ ਆ, ਤੇ ਮੁੰਡਿਆਂ ਦੀ ਅਸੀਂ ਹੁੰਦੀ ਨੌਵਾਂ ਹੈ। ਨੂੰ ਦੋਸ਼ ਦਿੰਦੇ ਆ।
ਹੁਣ ਜੇ ਮੁੰਡਾ ਕਮਾਉਂਦਾ ਆ, ਬਰਾਬਰ ਜ਼ਿੰਮੇਵਾਰੀ ਨਿਭਾਉਂਦਾ ਆ, ਮਾਪਿਆਂ ਦੀ ਵੀ ਇੱਜ਼ਤ ਕਰਦਾ ਆ, ਜੋ ਮਰਜ਼ੀ ਕੁੜੀ ਕਹੀ ਜਾਵੇ, ਜੇ ਉਹ ਇੱਜ਼ਤ ਕਰਦਾ ਆ, ਜੇ ਉਹ ਚਾਹੁੰਦਾ ਆ ਕਿ ਨਹੀਂ ਮੇਰੇ ਮਾਪੇ ਆ, ਮੈਂ ਇਹਨਾਂ ਦੀ ਰਿਸਪੈਕਟ ਕਰਨੀ ਆ, ਮੈਂ ਇਹਨਾਂ ਨੂੰ ਤੰਗ ਨਹੀਂ ਕਰਨਾ, ਅਸੀਂ ਆਪਣਾ ਕਮਾਵਾਂਗੇ, ਆਪਣਾ ਖਾਵਾਂਗੇ, ਬਾਕੀ ਮਾਪਿਆਂ ਦੀ ਫੇਰ ਵੀ ਲੁੱਕ ਆਫਟਰ ਕਰਨੀ ਸਾਡਾ ਫਰਜ਼ ਬਣਦਾ ਅੱਜ ਹੈ। ਬਣਦਾ ਹੈ। ਕੱਲ ਨੂੰ ਜੇ ਅਸੀਂ ਨਹੀਂ ਕਰਾਂਗੇ ਤੇ ਸਾਡੇ ਬੱਚੇ ਵੀ ਸਾਡਾ ਨਹੀਂ ਕਰਨਗੇ। ਨਹੀਂ ਕਰਨਗੇ। ਤੇ ਜੇ ਉਹੀ ਮੁੰਡਾ ਵੀ ਹਾਂ ਚ ਹਾਂ ਮਿਲਾ, ਜੇ ਉਹ ਕਹਿੰਦੀ ਕਿ ਤੰਗੀ ਆ, ਕੋਈ ਨਹੀਂ ਲੈ ਆਉਨੇ ਆ ਪਿੱਛੋਂ, ਜੇ ਤੰਗੀ ਲੈ ਆਉਨੇ ਆ, ਬਾਪੂ ਤੋਂ ਲੈ ਆਉਨੇ, ਮਾਂ ਤੋਂ ਤੰਗ ਕਰਦੇ, ਉਹਨਾਂ ਨੇ ਕਹੀ ਜਾਣਾ ਕੁੜੀ ਨਹੁੰ ਕਰਾਉਂਦੀ ਆ। ਠੀਕ ਹੈ ਜੀ। ਹੁਣ ਮੈਂ ਘਰ ਚ ਅਸੀਂ ਸੂਈ ਸਿਲਾਈ ਤੋਂ ਲੈ ਕੇ ਆਪਣਾ ਆਪ ਸਾਰਾ ਕੁਝ ਕੋਸ਼ਿਸ਼ ਕੀਤੀ ਬਣਾਉਣ ਦੀ, ਮੈਂ ਹੱਥੀ ਕਮਾਈ ਦਿਨ ਰਾਤ ਇੱਕ ਕੀਤਾ, ਉਲਟਾ ਆਪਣੇ ਸਹੁਰਿਆਂ ਦੇ ਇੱਜ਼ਤ ਮਾਣ ਵੀ ਰੱਖਿਆ, ਹਰ ਰਿਸ਼ਤੇ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ, ਜਿੱਥੇ ਜਿੱਥੇ ਵੀ ਨਿਭਾ ਸਕੀ, ਜਿੰਨੀ ਕੁ ਕਰ ਸਕੀ, ਪਰ ਅਸਲੀਅਤ ਵੀ ਦੱਸ ਦਿੰਦੀ ਸੀ ਕਿ ਆਹ ਸਿਚੁਏਸ਼ਨ ਆ ਸਾਡੀ। ਇੱਕ ਅਸੀਂ ਜਦੋਂ ਪ੍ਰਦੇਸ਼ ਚ ਆਉਂਦੇ ਆ, ਕਿਉਂਕਿ ਸਾਡਾ ਵਾਹ ਪ੍ਰਦੇਸ਼ ਨਾਲ ਪਿਆ, ਆਪਾਂ ਇੱਥੇ ਦੇ ਹਿਸਾਬ ਨਾਲ ਵੀ ਗੱਲ ਕਰਦੇ ਆ, ਇੱਥੇ ਅਸੀਂ ਬਹੁਤੇ ਲਿਫਾਫੇ ਨਾ ਦਿਖਾਈਏ ਲੋਕਾਂ ਨੂੰ, ਬਹੁਤੇ ਬਨਾਵਟੀਪਨ ਨਾ ਦਿਖਾਈਏ, ਅਸਲੀਅਤ ਜੀਏ, ਜੋ ਅਸਲੀ ਜ਼ਿੰਦਗੀ ਆ ਉਹਦੇ ਚ ਜੀਏ, ਉਹੀ ਗੱਲ ਕਰੀਏ। ਤੰਗੀਆਂ ਸਾਰੇ ਹੀ ਕੱਟਦੇ ਆ, ਅਸੀਂ ਕੱਟਦੇ ਜੀ, ਜੇ ਕੱਟਦੇ। ਹਾਂਜੀ ਸ਼ੋ ਆਫ ਕਰੀਏ, ਅਸੀਂ ਹਰ ਕੋਈ ਬੇਹੀ ਰੋਟੀ ਵੀ ਖਾ ਕੇ ਜਾਂਦਾ ਆ, ਕੰਮ ਤੇ ਲੈ ਕੇ ਵੀ ਜਾਂਦਾ ਆ, ਕੋਈ ਬ੍ਰੈਡ ਦਾ ਪੀਸ ਖਾ ਕੇ ਵੀ ਗੁਜ਼ਾਰਾ ਕਰਦਾ ਆ, ਪਰ ਲੋਕੀ ਉੱਤੋਂ ਉੱਤੋਂ ਕੋਈ ਜਿਵੇਂ ਕੀ ਕਹਿੰਦੇ ਬ੍ਰਾਂਡਡ ਚੀਜ਼ ਪਾਈ ਆ, ਸ਼ੋ ਆਫ ਕਰੀ ਜਾਣਾ ਆ, ਬਾਹਰ ਤੇ ਗੱਡੀ ਮਹਿੰਗੀ ਰੱਖ ਲੈਣੀ, ਘਰ ਕੋਈ ਆਉਂਦਾ ਆ ਉਹਨੂੰ ਪਾਣੀ ਦਾ ਘੁੱਟ ਨਹੀਂ ਪੁੱਛਣਾ। ਇਹ ਚੀਜ਼ਾਂ ਜਿਹੜੀਆਂ ਆ, ਸਾਨੂੰ ਆਪਣੀਆਂ ਕਦਰਾਂ ਕੀਮਤਾਂ ਜਿਹੜੀਆਂ ਆ, ਜਿੱਥੇ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ, ਮੈਂ ਉਹਨਾਂ ਚੀਜ਼ਾਂ ਦੀ ਬਹੁਤ ਇੱਜ਼ਤ ਕਰਦੀ ਆ। ਸਾਡਾ ਵਿਰਸਾ ਜਿਹੜਾ ਆ ਬਹੁਤ ਵਧੀਆ ਸੀ, ਲੋਕੀ ਸਿੱਧੇ ਸਾਦੇ ਸਿੰਪਲ ਸੀਗੇ, ਪਰ ਇੱਜ਼ਤ ਮਾਣ ਸਾਰਿਆਂ ਦਾ ਇੱਕ ਦੂਜੇ ਦਾ ਕਰਦੇ ਸੀ, ਬਹੁਤ ਇਹਨਾਂ ਚੀਜ਼ਾਂ ਦਾ ਖਿਆਲ ਸੀ। ਅਸੀਂ ਵੀ ਕਰ ਸਕਦੇ ਹਾਂ। ਚਲੋ ਜ਼ਮਾਨੇ ਦੇ ਨਾਲ ਭੱਜਣਾ ਤਾਂ ਪੈਣਾ, ਸਾਡੀਆਂ ਜ਼ਰੂਰਤਾਂ ਵੱਧ ਗਈਆਂ, ਜਿਵੇਂ ਮੋਬਾਈਲ ਫੋਨ ਹਰ ਇੱਕ ਨੂੰ ਚਾਹੀਦੇ, ਨੈਟ ਚਾਹੀਦੇ, ਕੰਪਿਊਟਰ ਚਾਹੀਦਾ, ਕਿਉਂਕਿ ਜ਼ਰੂਰਤ ਹੈ ਸਮੇਂ ਦੀ। ਹਾਂਜੀ। ਪਰ ਉਹਦੇ ਹਿਸਾਬ ਨਾਲ ਵੀ ਆਪਾਂ ਜੇ ਤਰੀਕੇ ਦੇ ਨਾਲ ਚੱਲੀਏ, ਹਿਸਾਬ ਦੇ ਨਾਲ ਚੱਲੀਏ, ਤੇ ਅਸੀਂ ਕਰ ਸਕਦੇ ਆ। ਅਸੀਂ ਬਾਹਰ ਦੁਨੀਆ ਨੂੰ ਇਹ ਨਾ ਦਿਖਾਈਏ ਵੀ ਨਹੀਂ ਵੀ ਆ ਪਰਫੈਕਟ, ਅਸੀਂ ਤਾਂ ਬਹੁਤ ਵਧੀਆ ਆ, ਏਦਾਂ ਆ, ਪਰ ਮੁਸ਼ਕਲਾਂ ਜਿਹੜੀਆਂ ਆ ਇਹਨਾਂ ਨੂੰ ਬਿਆਨ ਕਰਨਾ, ਮੈਨੂੰ ਲੱਗਦਾ ਮੇਰੀਆਂ ਕਵਿਤਾਵਾਂ ਜਾਂ ਗੀਤ ਜ਼ਿਆਦਾਤਰ ਇਹਨਾਂ ਗੱਲਾਂ ਕਰਕੇ ਪਸੰਦ ਕੀਤੇ ਜਾਂਦੇ ਆ ਕਿ ਮੈਂ ਜਿੰਨੀਆਂ ਕੋਈ ਮੁਸ਼ਕਲਾਂ ਜ਼ਿੰਦਗੀ 'ਚ ਹਰ ਇੱਕ ਨੂੰ, ਇਨਸਾਨ ਨੂੰ ਆਉਂਦੀਆਂ, ਜੋ ਆਉਂਦਾ ਉਹ ਮੈਂ ਕੋਸ਼ਿਸ਼ ਕਰਦੀ ਬਿਆਨ ਕਰਨ ਦੀ, ਕਿਉਂਕਿ ਉਹ ਹਰ ਇੱਕ ਨੇ ਹੰਢਾਈਆਂ ਹੁੰਦੀਆਂ ਆ। ਹਾਂਜੀ, ਹਾਂਜੀ, ਅਸਲੀਅਤ ਜਿਹੜੀ ਹਾਂਜੀ। ਅਸਲੀਅਤ ਆ, ਅਸਲੀਅਤ ਤੋਂ ਭੱਜਣਾ ਨਹੀਂ ਚਾਹੀਦਾ, ਉਹਦਾ ਸਾਹਮਣਾ ਕਰਨਾ ਚਾਹੀਦਾ। ਇਹ ਮੇਰੇ ਆਪਣੇ ਪਤਾ ਨਹੀਂ ਬਾਕੀਆਂ ਦੇ ਵੀ ਕੀ ਹੋਊਗਾ, ਪਰ ਮੇਰੇ ਖਿਆਲ ਇਹੀ ਆ ਕਿ ਜੋ ਅਸਲੀਅਤ ਆ ਉਹਨੂੰ ਛੁਪਾਓ ਨਾ। ਕੋਈ ਵੀ ਬਿਮਾਰੀ ਹੁੰਦੀ, ਜੇ ਉਹਨੂੰ ਦੱਬੀ ਜਾਵਾਂਗੇ ਤਾਂ ਉਹਦਾ ਇਲਾਜ ਕਿੱਦਾਂ ਹੋਊਗਾ? ਠੀਕ ਹੈ ਜੀ। ਜੇ ਅਸੀਂ ਉਹਨੂੰ ਖੁੱਲ ਕੇ ਗੱਲ ਕਰਾਂਗੇ, ਤਰੀਕੇ ਦੇ ਨਾਲ, ਸੱਭਿਅਕ ਤਰੀਕੇ ਦੇ ਨਾਲ, ਉਹ ਨਹੀਂ ਕਿ ਤੁਸੀਂ ਲਾ ਕਰਕੇ ਸਾਰਾ ਆਪਣਾ, ਕਹਿੰਦੇ ਹੁੰਦੇ ਆ ਸਿਆਣੇ ਕਹਿੰਦੇ ਝੱਗਾ ਚੁੱਕੋਗੇ ਤਾਂ ਆਪਣੇ ਚ ਨੰਗਾ, ਤਰੀਕੇ ਦੇ ਨਾਲ ਕਰ ਲਓ ਤੇ ਕੁਝ ਵੀ ਆਪਾਂ ਕਰ ਸਕਦੇ ਹਾਂ। ਠੀਕ ਹੈ ਜੀ। ਇਸੇ ਤਰ੍ਹਾਂ ਹੀ ਜਿਵੇਂ ਮੈਂ ਇੱਕ ਕਵਿਤਾ ਵੀ ਲਿਖੀ ਸੀ, ਗੀਤ ਵੀ ਲਿਖਿਆ ਸੀਗਾ, ਜਿਵੇਂ ਕੁੜੀਆਂ ਨੂੰ ਵੀ ਕਿੰਨੀਆਂ ਮੁਸ਼ਕਲਾਂ ਦਾ ਸਾਰਾ ਕੁਝ ਕਰਨਾ ਪੈਂਦਾ ਕਿ ਅਸੀਂ ਰਲ ਕੇ ਕਿਵੇਂ ਚੱਲ ਸਕਦੇ ਹਾਂ। ਹਾਂਜੀ। ਤੇ ਉਹ ਵੀ ਇਸੇ ਤਰ੍ਹਾਂ ਕਿਚਨ 'ਚ ਕੰਮ ਕਰਦੀ ਸੀਗੀ ਤੇ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਕੀ ਦੱਸਾਂ ਮੈਂ ਕੀ ਕਰਦੀ, ਸਾਰੇ ਟੱਬਰ ਦੇ ਨਖਰੇ ਚਾਰਦੀ, ਕੀ ਦੱਸਾਂ ਮੈਂ ਕੀ ਕਰਦੀ, ਸਾਰੇ ਟੱਬਰ ਦੇ ਨਖਰੇ ਜਰਦੀ, ਕੋਈ ਦਰਦ ਨਾ ਸੁਣਦਾ ਮੇਰਾ, ਹਾਣੀਆਂ ਦਿਲ ਕਰਦਾ, ਹੋ ਜਾ ਸਾਧਣੀ ਖੋਲ ਲਾਂ ਡੇਰਾ, ਹਾਣੀਆਂ ਦਿਲ ਕਰਦਾ, ਵੈਰੀ ਗੁੱਡ। ਕੱਚੀ ਨੀਂਦੇ ਉੱਠਾਂ ਸਵੇਰੇ, 100 ਜੱਬ ਮਕਾਵਾਂ ਤੇਰੇ, ਕੱਚੀ ਨੀਂਦੇ ਉੱਠਾਂ ਸਵੇਰੇ, 100 ਜੱਬ ਮਕਾਵਾਂ ਤੇਰੇ, ਸ਼ਾਪਿੰਗ ਕੰਮ ਤੋਂ ਮੁੜਦੇ ਗੇੜੇ, ਫਿਰ ਚੁੱਲਾ ਚੌਂਕਾ ਨੇ ਬੇੜਾ, ਹਾਣੀਆਂ ਦਿਲ ਕਰਦਾ, ਹੋ ਜਾ ਸਾਧਣੀ ਖੋਲ ਲਾਂ ਡੇਰਾ, ਹਾਣੀਆਂ ਦਿਲ ਕਰਦਾ। ਹਾਂਜੀ, ਇਸੇ ਤਰ੍ਹਾਂ ਹੀ ਇਹਦੇ 'ਚ ਸਾਰਾ ਹੀ ਏਦਾਂ ਵਿਅੰਗ ਆ, ਕਾਫੀ ਚੀਜ਼ਾਂ ਨੂੰ ਜਿਵੇਂ ਇਹਦੇ 'ਚ ਮੈਂ ਕੀਤਾ ਹੈ ਕਿ ਕੀ ਕਰਨਾ ਪੈਂਦਾ। ਇਸ ਕਰਕੇ ਜਿਵੇਂ ਮੈਂ ਸੋਚਦੀ ਹੁੰਦੀ ਹਾਂ, ਆਪਾਂ ਅਸਲੀਅਤ ਨੂੰ ਸਮਝੀਏ, ਅਸਲੀਅਤ ਦੇ ਨਾਲ ਚੱਲੀਏ, ਅਸੀਂ ਸ਼ੋ ਆਫ ਦੇ ਵਿੱਚ ਨਾ ਹੋਈਏ ਤੇ ਮਾਪਿਆਂ ਨੂੰ ਤੰਗ ਨਾ ਕਰੀਏ। ਮੇਰਾ ਮਤਲਬ ਕਹਿਣ ਦਾ ਇਹੀ ਸੀ। ਆਪਾਂ ਜੇ
ਸਾਦੀ ਜ਼ਿੰਦਗੀ ਸ਼ੁਰੂ ਕਰਕੇ ਇਹਨੂੰ ਮਿਹਨਤ ਕਰੀਏ ਤੇ ਹਰ ਰੋਜ਼ ਮਿਹਨਤ ਕਰਕੇ ਰਲ ਕੇ ਮਿਹਨਤ ਕਰਕੇ ਤੁਸੀਂ ਹੌਲੀ ਹੌਲੀ ਬਣਾ ਲਓ। ਜ਼ਰੂਰੀ ਨਹੀਂ ਇੱਕੋ ਦਿਨ ਹੀ ਮਹਿਲ ਖੜਾ ਹੋ ਜਾਣਾ। ਇੱਥੇ ਇਹ ਵੀ ਗੱਲ ਆ, ਇੱਕੋ ਦਮ ਤਾਂ ਹੀ ਕੁੜੀਆਂ ਨੂੰ ਤੰਗ ਕਰਦੇ, ਤੂੰ ਵੀ ਲਿਆ ਉਧਰੋਂ ਪੈਸੇ ਇੰਨੇ, ਉਹਦੇ ਕੋਲ ਲਿਆ ਇੰਨੇ ਪੈਸੇ, ਉਹ ਤੋਂ ਲਿਆ, ਆਪਾਂ ਆਹ ਵੀ ਕਰਨਾ। ਉਹ ਨਹੀਂ ਗੱਲ ਕਰਨੀ ਚਾਹੀਦੀ। ਇਹ ਸੋਚੋ ਜੇ ਤੁਹਾਡੇ ਕੋਲੋਂ ਕੋਈ ਮੰਗੇ ਤਾਂ ਤੁਸੀਂ ਕੀ ਦੇ ਸਕਦੇ ਆ। ਬਿਲਕੁਲ ਬਿਲकुल। ਤੇ ਜੇ ਤੁਸੀਂ ਨਹੀਂ ਦੇ ਸਕਦੇ ਤੇ ਦੂਜੇ ਬੰਦੇ ਦਾ ਵੀ ਘਰ ਇਸੇ ਤਰ੍ਹਾਂ ਹੀ ਚੱਲਦਾ ਹੈ। ਦੂਜੇ ਤੁਹਾਨੂੰ ਮੰਗਣ ਦਾ ਵੀ ਹੱਕ ਨਹੀਂ ਕੋਈ। ਹਾਂਜੀ, ਤੇ ਮੰਗੋ ਨਾ ਮਾਪਿਆਂ ਨੂੰ ਤੰਗ ਕਰੋ, ਨਾ ਮੁੰਡਾ ਕਰੇ ਨਾ ਕੁੜੀ ਕਰੇ। ਹਾਂਜੀ ਜਦੋਂ ਪੜ੍ਹਾ ਲਿਖਾਤਾ ਜਾਂ ਤੁਹਾਨੂੰ ਕੰਮ ਕਰਨ ਦੇ ਕਾਬਿਲ ਬਣਾਤਾ, ਜ਼ਰੂਰੀ ਨਹੀਂ ਹਰ ਇੱਕ ਨੇ ਡਿਗਰੀਆਂ ਕਰਨੀਆਂ। ਕਿਸੇ ਦੇ ਹਿੱਸੇ ਆਉਂਦੀਆਂ, ਕਿਸੇ ਦੇ ਹਿੱਸੇ ਨਹੀਂ ਆਉਂਦੀਆਂ। ਹਾਂਜੀ ਕਿਸੇ 'ਚ ਬੱਚੇ ਦੀ ਕਮਜ਼ੋਰੀ ਹੁੰਦੀ, ਕਿਸੇ 'ਚ ਮਾਪਿਆਂ ਦੀ ਵੀ ਕਮਜ਼ੋਰੀ ਹੁੰਦੀ, ਨਹੀਂ ਕਰਵਾ ਸਕਦੇ। ਹਾਂਜੀ ਤੇ ਇਸ ਕਰਕੇ ਜੋ ਵੀ ਜ਼ਿੰਦਗੀ 'ਚ ਆ ਉਹਨੂੰ ਐਕਸੈਪਟ ਕਰ ਲਓ, ਉਹਨੂੰ ਪ੍ਰਵਾਨ ਕਰੋ ਕਿ ਜੋ ਮੇਰੀ ਹੁਣ ਅਸਲੀਅਤ ਆ ਇਸ ਵੇਲੇ ਇਹੀ ਆ, ਇਹਨੂੰ ਲੈ ਕੇ ਤੁਰਨਾ ਆ। ਚਲੋ ਠੀਕ, ਜਿਵੇਂ ਪਿੱਛੇ ਜੇ ਮੈਂ ਆਪਾਂ ਨਿਊਜ਼ ਵੀ ਸੁਣੀ ਸੀ, ਤੁਹਾਡੇ ਅਮਰੀਕਾ 'ਚ ਕੁੜੀ ਸੀ ਮਨਦੀਪ, ਹਾਂਜੀ ਹਾਂਜੀ ਉਹਨੇ ਵੀ ਖੁਦਕੁਸ਼ੀ ਕੀਤੀ ਸੀਗੀ ਦੁਖੀ ਹੋ ਕੇ। ਏਦਾਂ ਦੀਆਂ ਬਹੁਤ ਕੁੜੀਆਂ ਆ। ਉਹਦੇ 'ਚ ਉਹੀ ਮੈਂ ਕੁੜੀਆਂ ਨੂੰ ਵੀ ਕਹਿਣਾ ਚਾਹੁੰਦੀ, ਤੰਗੀਆਂ ਆਉਂਦੀਆਂ ਆ, ਇਹ ਤੰਗੀਆਂ ਸਾਰਿਆਂ ਦੇ ਹਿੱਸੇ ਆਉਂਦੀਆਂ, ਕਿਸੇ ਦੇ ਥੋੜੀਆਂ, ਕਿਸੇ ਦੇ ਬਹੁਤੀਆਂ। ਹਾਂਜੀ ਹਾਂਜੀ ਜਦੋਂ ਛੋਟੀਆਂ ਹੁੰਦੀਆਂ ਉਹਨਾਂ ਦੇ ਮਾਪੇ ਵੀ ਤੰਗੀਆਂ ਬਹੁਤ ਦੇਖਦੇ ਆ, ਹਾਂਜੀ ਮੁੰਡਿਆਂ ਦੇ ਨਾਲ ਵੀ ਕੁੜੀਆਂ ਦੇ ਨਾਲ ਵੀ, ਜਾਂ ਪੜ੍ਹਾਉਂਦੇ ਵੀ ਜਾਂ ਕਿੱਦਾਂ। ਪਰ ਸਾਨੂੰ ਉਸ ਚੀਜ਼ ਤੋਂ ਭੱਜਣ ਦੀ ਬਜਾਏ ਕੋਸ਼ਿਸ਼ ਕਰੋ, ਸਬਰ ਦੇ ਨਾਲ ਮੁਕਾਬਲਾ ਕਰੋ। ਠੀਕ ਹੈ, ਜੇ ਤੁਸੀਂ ਦੁਖੀ ਹੁੰਨੇ ਆ, ਤੁਸੀਂ ਰੋਨੇ ਆ, ਰੋ ਲਓ, ਅੰਦਰ ਵੜ ਕੇ ਰੋ ਲਓ, 10 ਮਿੰਟ 20 ਮਿੰਟ ਡਜ਼ਨਟ ਮੈਟਰ, ਇਹ ਕੋਈ ਬੁਰੀ ਗੱਲ ਨਹੀਂ। ਫੇਰ ਫਰੈਸ਼ ਹੋਵੋ, ਨਿਕਲੋ, ਰੱਬ ਦਾ ਨਾਮ ਲਓ, ਤਾਕਤ ਮੰਗੋ ਪਰਮਾਤਮਾ ਤੋਂ, ਫੇਰ ਹਿੰਮਤ ਕਰੋ, ਫੇਰ ਅੱਗੇ ਵਧੋ। ਜੇ ਜ਼ਿਆਦਾ ਹੀ ਆ, ਤੁਹਾਨੂੰ ਲੱਗਦਾ ਹੱਦੋਂ ਵੱਧ ਹੋ ਗਈ ਗੱਲ, ਸਿਰ ਤੋਂ ਪਾਣੀ ਨਿਕਲ ਜਾਂਦਾ, ਦੈਨ ਯੂ ਸ਼ੁਡ ਸਪੀਕ ਅਪ। ਦੈਨ ਬੋਲਣ ਦਾ ਕੋਈ ਡਰ ਨਹੀਂ। ਤੁਸੀਂ ਆਪਣੇ ਬੱਚਿਆਂ ਦੀ, ਹੁਣ ਜੇ ਦੇਖਿਆ ਜਾਵੇ ਛੋਟੀਆਂ ਛੋਟੀਆਂ ਬੱਚੀਆਂ ਆ, ਉਹ ਤੇ ਉਤੋਂ ਵੀ ਜ਼ਿਆਦਾ ਵਰਸ ਹੋ ਗਈ। ਉਹਦੀ ਹਾਂਜੀ ਆਤਮਾ ਨੂੰ ਵੀ ਸ਼ਾਂਤੀ ਕੀ ਮਿਲਣੀ, ਤੇ ਉਹ ਬੱਚਿਆਂ ਦੀ ਜ਼ਿੰਦਗੀ ਦਾ ਕੀ ਬਣਨਾ, ਕਦੀ ਉਹਨਾਂ ਦੇ ਹੱਥਾਂ 'ਚ ਕਦੀ ਉਹਨਾਂ ਦੇ ਹੱਥਾਂ 'ਚ। ਇਹ ਹਾਂ- ਕਦੀ ਵੀ ਕਿਸੇ ਮਾਂ ਨੂੰ ਨਹੀਂ ਸੋਚਣਾ ਚਾਹੀਦਾ, ਹਾਂਜੀ ਤੇ ਨਾ ਹੀ ਕਿਸੇ ਪਿਓ ਨੂੰ ਇੱਥੋਂ ਤੱਕ ਇਸ ਹੱਦ ਤੱਕ ਜਾਣਾ ਚਾਹੀਦਾ ਕਿ ਕੋਈ ਵੀ ਉਹਨਾਂ ਦਾ ਜੀਵਨ ਸਾਥੀ ਮਜਬੂਰ ਹੋ ਜਾਵੇ ਇਹਨਾਂ ਚੀਜ਼ਾਂ ਤੋਂ, ਕਿ ਇੱਥੋਂ ਤਾਈਂ ਕਦਮ ਚੁੱਕਣਾ ਪੈ ਜਾਵੇ ਇਹਨਾਂ ਚੀਜ਼ਾਂ ਨੂੰ। ਦੂਜੀ ਗੱਲ, ਸਾਡਾ ਸਮਾਜ ਵੀ ਜ਼ਿੰਮੇਵਾਰ ਆ। ਹਾਂਜੀ ਹੁਣ ਜਿਹਨੂੰ ਵੀ ਕੋਈ ਕੁੜੀ ਕੋਈ ਗੱਲ ਕਰਦੀ ਦੱਸਦੀ ਆ, ਉਹ ਕਹਿੰਦਾ ਕੋਈ ਨਹੀਂ, ਇਹ ਸਾਰੇ ਘਰੋਂ ਘਰ ਆਹੀ ਚੱਲਦਾ ਆ, ਹਾਂਜੀ ਚੁੱਪ ਕਰਕੇ ਟਾਈਮ ਪਾਸ ਕਰੀਏ, ਸਾਰੇ ਘਰੋਂ ਘਰ ਆਹੀ ਚੱਲਦਾ ਆ। ਇਦਾਂ ਹੀ ਇਦਾਂ ਹੀ ਇਦਾਂ ਹੀ। ਹਾਂਜੀ, ਕੋਈ ਨਹੀਂ ਚਾਹੁੰਦਾ ਉਹਨਾਂ ਦੇ ਘਰ 'ਚ ਜਾ ਕੇ ਦੋਵਾਂ ਨੂੰ ਬਿਠਾ ਕੇ ਪਿਆਰ ਨਾਲ, ਤਰੀਕੇ ਨਾਲ ਸਮਝਾਉਣ ਕਿ ਵੀ ਦੇਖੋ ਏਦਾਂ ਨਹੀਂ ਚੱਲਦਾ, ਤੇ ਆਹ ਗੱਲ ਏਦਾਂ ਨਹੀਂ। ਕੋਈ ਵੀ ਦਖਲ ਨਹੀਂ ਦੇਣਾ ਚਾਹੁੰਦਾ, ਪਰ ਜਦੋਂ ਕੋਈ ਹੈਪਨ ਹੋ ਜਾਂਦਾ ਆ, ਜਦੋਂ ਜਾਨ ਚਲੀ ਜਾਂਦੀ ਆ, ਫੇਰ ਅਸੀਂ ਥਾਂ ਥਾਂ ਤੇ ਇਕੱਠ ਵੀ ਕਰਦੇ ਆ, ਫੇਰ ਅਸੀਂ ਅਖੌਤੀ ਮੁਸ਼ਾਇਰੇ ਕਰਦੇ ਆ, ਫੇਰ ਅਸੀਂ ਅਖੌਤੇ ਉਹਨਾਂ ਲਈ ਚੈਟੀਆਂ ਕਰਦੇ ਆ। ਉਹ ਉਹਨਾਂ ਦੇ ਕਿਸ ਕੰਮ ਆ, ਜਿਹੜਾ ਉਹ- ਇਨਸਾਨ ਚਲੇ ਗਿਆ ਚਲੇ ਗਿਆ। ਹਾਂਜੀ ਤੇ ਇਹ ਖੌਤੀ ਚੀਜ਼ਾਂ ਸਨ, ਇਵੇਂ ਕਵਿਤਾਵਾਂ 'ਚ ਵੀ ਇਹੀ ਹੈ, ਗੀਤਾਂ 'ਚ ਵੀ ਇਹੀ। ਲੋਕੀ ਆਪਣੇ ਅਸਮਾਨੀ ਬੁਲਬੁਲਿਆਂ ਨੂੰ ਲਿਖਦੇ ਆ, ਉਹ ਲਿਖੋ ਉਹ ਵੀ, ਪਰ ਅਸਲੀਅਤ ਲੇਖਕ ਦਾ ਫਰਜ਼ ਆ, ਜੋ ਅਸਲੀਅਤ ਆ, ਜੋ ਚੱਲ ਰਿਹਾ ਦੁਨੀਆ 'ਚ, ਉਹਨੂੰ ਵੀ ਲਿਖਿਆ ਜਾਵੇ, ਤਾਂ ਕਿ ਲੋਕਾਂ 'ਚ ਕਈ ਵਾਰੀ ਲੋਕ ਅਣਜਾਣ ਵੀ ਹੁੰਦੇ ਆ। ਜ਼ਰੂਰੀ ਨਹੀਂ ਹਰ ਇੱਕ ਨੂੰ ਸੋਝੀ ਇਹਨਾਂ ਚੀਜ਼ਾਂ ਦੀ ਹੁੰਦੀ, ਤੇ ਜੇ ਲੇਖਕ ਕੋਲ ਸੋਝੀ ਆ, ਉਹੀ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਆਵੇ, ਲੋਕਾਂ ਦੀਆਂ ਅੱਖਾਂ ਖੁੱਲਣ, ਲੋਕੀ ਦੇਖਣ, ਤੇ ਹਰ ਘਰ ਜਿਹੜਾ ਆ, ਕੋਈ ਵੀ ਘਰ ਟੁੱਟੇ ਨਾ। ਪਰਮਾਤਮਾ ਕਰੇ ਸਾਰੇ ਆਪਣੇ ਘਰ ਸੁਖੀ ਵਸਣ, ਤੇ ਬੱਚੇ ਵੀ, ਸਾਡੀ ਜਿਹੜੀ ਅਗਲੀ ਜਨਰੇਸ਼ਨ ਆ, ਉਹ ਵੀ ਵਧੀਆ ਪਲ ਕੇ ਵਧੀਆ ਹੋਵੇ, ਤੇ ਉਹ ਗਾਂ ਆਪਣੀ ਜਨਰੇਸ਼ਨ ਨੂੰ ਅੱਗੇ ਚੰਗੀ ਕੋਈ ਸਮਝਦਾਰੀ ਦੀ ਗੱਲ ਦੱਸਣ, ਤੇ ਅਸੀਂ ਵੀ ਸਾਰੇ ਸੁਖੀ ਹੋਈਏ, ਸਾਡੀ ਕਮਿਊਨਿਟੀ ਵੀ ਸੌਖੀ ਰਵੇ। ਅੱਛਾ ਗੁਰਮੇਲ ਜੀ, ਗੱਲ ਸਾਡੇ ਗੁਰੂ ਸਾਹਿਬਾਨ ਨੇ ਔਰਤ ਨੂੰ ਇੱਕ ਬੜਾ ਸਤਿਕਾਰਯੋਗ ਤੇ ਪਵਿੱਤਰ ਦਰਜਾ ਜਿਹੜਾ ਉਹ ਦਿੱਤਾ। ਤੁਸੀਂ ਜੀ, ਸਮਝਦੇ ਆ ਕਿ ਜਿੰਨਾ ਸਾਡੇ ਗੁਰੂ ਸਾਹਿਬਾਨ ਨੇ ਔਰਤ ਦੀ ਇੱਜ਼ਤ ਕੀਤੀ ਆ, ਔਰਤ ਨੂੰ ਐਡਾ ਵੱਡਾ ਮਹਾਨ ਦਰਜਾ ਦਿੱਤਾ ਹੈ, ਉਹ ਦਰਜਾ ਅੱਜ ਜੀ। ਸਾਡੇ ਸਮਾਜ ਦੇ ਵਿੱਚ ਮਿਲ ਰਿਹਾ ਔਰਤਾਂ ਨੂੰ ਜਾਂ ਨਹੀਂ? ਅਮ ਮੈਨੂੰ ਲੱਗਦਾ ਦੋਨੇ ਪਾਸੇ ਹੀ ਇਹ ਗੱਲ ਜਿਹੜੀ ਆ ਚੱਲਦੀ ਆ। ਜਿਵੇਂ ਕਹਿ ਸਕਦੇ ਆ, ਔਰਤਾਂ ਨੂੰ ਵੀ, ਕੁੜੀਆਂ ਨੂੰ, ਜਾਂ ਜੋ ਵੀ ਲੇਡੀਜ਼ ਆ, ਉਹਨਾਂ ਨੂੰ ਵੀ ਆਪਣਾ ਦਰਜਾ ਬਣਾਈ ਰੱਖਣ ਲਈ ਮਿਹਨਤ, ਸਟਰਗਲ ਕਰਨੀ ਪੈਂਦੀ ਆ।
ਤੇ ਜਿਹੜਾ ਸਮਾਜ ਆ ਉਹ ਵੀ ਜਿਹੜੇ ਤੇ ਇੱਜ਼ਤ ਕਰਦੇ ਆ, ਕਰਦੇ ਵੀ ਹੈਗੇ ਆ, ਜਿਹੜੇ ਦਰਜਾ ਦਿੰਦੇ ਵੀ ਆ, ਕਿਉਂਕਿ ਸਾਨੂੰ ਬਾਬਾ ਜੀ ਨੇ ਇਹੀ ਸਿਖਾਇਆ ਸੀਗਾ ਕਿ ਜਿਹੜੀ ਔਰਤ ਆ ਉਹੀ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਉੱਥੇ ਹੀ ਆ ਗਈ, ਕਿ ਉਹ ਮਾਂ ਵੀ ਆ, ਭੈਣ ਵੀ ਆ, ਧੀ ਵੀ ਆ, ਤੇ ਮਾਂ ਹੋਣਾ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਆ, ਜਿਹਦੇ ਨਾਲ ਉਹ ਪਹਿਲਾਂ ਬੱਚੇ ਨੂੰ ਜਨਮ ਦਿੰਦੀ ਆ, ਉਹ ਤੋਂ ਅੱਗੇ ਸਿੱਖਿਆ ਦਿੰਦੀ ਆ। ਸਿੱਖਿਆ ਜਿਹੜੀ ਦੇਣੀ ਆ ਮਾਂ ਨੇ, ਮਾਂ ਚਾਹੇ ਜਿੰਨੀ ਮਰਜ਼ੀ ਬਿਜ਼ੀ ਹੋਵੇ, ਜੋ ਸਿੱਖਿਆ ਮਾਂ ਨੇ ਦੇ ਦੇਣੀ ਆ, ਜੋ ਸਿੱਖਿਆ ਬੱਚੇ ਨੂੰ ਆਪਣੇ ਕਲਚਰ ਨਾਲ ਜੋੜਨ ਲਈ, ਜਾਂ ਉਹਨੂੰ ਆਪਣੀ ਬੋਲੀ ਨਾਲ ਜੋੜਨ ਲਈ, ਆਪਣੇ ਮਾਪਿਆਂ ਦੀ ਇੱਜ਼ਤ ਕਰਨ ਲਈ, ਆਪਣੇ ਗ੍ਰੈਂਡ ਪੇਰੈਂਟਸ ਦੀ ਇੱਜ਼ਤ ਕਰਨ ਲਈ, ਆਪਣੇ ਆਲੇ ਦੁਆਲੇ ਦੀ, ਉਹ ਜੋ ਮਾਂ ਕਰ ਸਕਦੀ ਆ ਉਹ ਹੋਰ ਕੋਈ ਨਹੀਂ ਕਰ ਸਕਦਾ। ਸੋ ਉਹਦੇ ਬਾਬਾ ਜੀ ਦਾ ਮਤਲਬ ਇਹੀ ਉਹਨਾਂ ਨੇ ਕਿਹਾ ਸੀ, ਉਹ ਇੱਜ਼ਤ ਕਰੋ ਔਰਤ ਦੀ, ਮਤਲਬ ਜੇ ਉਹ ਕਰਨਾ ਚਾਹੁੰਦੀ ਉਹਨੂੰ ਟਾਈਮ ਦਿਓ ਕਿ ਉਹ ਕਰ ਸਕੇ, ਇਹ ਉਹਦਾ ਸਾਥ ਦਿਓ, ਨਾ ਕਿ ਉਹਨੂੰ ਸੋਚੋ ਤੂੰ ਕੀ ਕਰਦੀ ਆ। ਇਸ ਕਰਕੇ ਅਸੀਂ ਸੋਚਦੇ ਇਹ ਗੱਲ ਉਹਨਾਂ ਨੇ ਜਿਹੜੀ ਕਹੀ ਸੀ ਸਹੀ ਸੀ, ਕਿਉਂਕਿ ਉਸ ਵੇਲੇ ਔਰਤ ਦੀ ਕੋਈ ਇੱਜ਼ਤ ਨਹੀਂ ਸੀਗੀ, ਕੋਈ ਪੈਰ ਦੀ ਜੁੱਤੀ ਸਮਝਦਾ, ਕੋਈ ਕੁਝ ਸਮਝਦਾ ਸੀ। ਉਹ ਕਹਿੰਦੇ ਸੀ ਇਹਨੂੰ ਤਾਂ ਅਕਲ ਹੈ ਨਹੀਂ, ਗੁੱਤ ਪਿੱਛੇ ਮਾਤਿਆ। ਪਰ ਹੁਣ ਦੀ ਔਰਤ ਪੜ੍ਹੀ ਲਿਖੀ ਆ, ਚਾਹੇ ਥੋੜਾ ਪੜ੍ਹੀ ਚਾਹੇ ਬਹੁਤਾ ਪੜ੍ਹੀ ਆ, ਬਾਕੀ ਸਾਡਾ ਸਮਾਜ ਪੜ੍ਹਿਆ ਲਿਖਿਆ ਆ। ਭਾਵੇਂ ਹਜੇ ਪੜ੍ਹੀਆਂ ਲਿਖੀਆਂ ਵਾਲੀਆਂ ਸਾਡੇ ਕੋਲ ਪੂਰੀਆਂ ਗੱਲਾਂ ਜਿਹੜੀਆਂ ਅਜੇ ਨਹੀਂ, ਸਮਾਜ ਸੁਧਾਰ ਜਿਹੜਾ ਹੁੰਦਾ ਉਹ ਹੌਲੀ ਹੌਲੀ ਆਉਂਦਾ, ਬੁਰਾਈ ਜਿਹੜੀ ਆ ਗਿਰਾਵਟ ਇੱਕਦਮ ਆ ਜਾਂਦੀ ਆ, ਕਿਉਂਕਿ ਈਜ਼ੀ ਹੁੰਦੀ। ਸਿਆਣੇ ਕਹਿੰਦੇ ਆ ਮਾੜਾ ਕੰਮ ਤਾਂ ਬਹੁਤ ਛੇਤੀ ਹੋ ਜਾਂਦਾ, ਜਿਹੜਾ ਜ਼ਿੰਦਗੀ ਬਣਾਉਣੀ ਜਾਂ ਚੰਗਾ ਸੁਧਾਰਿਆ, ਇਹ ਚੀਜ਼ਾਂ ਬਹੁਤ ਟਾਈਮ ਲੈਂਦੀਆਂ। ਇਸ ਕਰਕੇ ਔਰਤ ਦਾ ਦਰਜਾ ਵਾਕਈ ਜਿਹੜਾ ਆ ਉੱਚਾ ਆ, ਜੇ ਔਰਤ ਵੀ ਆਪਣੇ ਇਸ ਚੀਜ਼ ਨੂੰ ਸਮਝਣੀ ਚਾਹੀਦੀ ਆ, ਕਿ ਬੱਚਿਆਂ ਨੂੰ ਇਹ ਨਾ ਸੋਚੇ ਦਾਦਾ ਬਾਬਾ ਦਾਦੀ ਆ ਜਾਂ ਨਾਨੀ ਨਾਲ ਜਾਂ ਕਿੱਦਾਂ, ਇਹਨਾਂ ਨੂੰ ਏਦਾਂ ਕਰ, ਉਹਨਾਂ ਨੂੰ ਕਦੀ ਵੀ ਗਲਤ ਰਾਏ ਨਾ ਪਾਓ। ਆਪਣੇ ਦਰਜੇ ਨੂੰ ਉੱਚੇ ਨੂੰ ਬਣਾ ਕੇ ਰੱਖੋ, ਤੇ ਉਹਨੂੰ ਲੋਕਾਂ ਦੇ ਵਿੱਚ ਕਰਕੇ ਦਿਖਾਓ ਕਿ ਹਾਂ ਤੁਸੀਂ ਕੀ ਕੀਤਾ ਆ। ਹਰ ਇੱਕ ਨੇ ਬੇਸ਼ੱਕ ਜੇ ਬੱਚਾ ਚੰਗਾ ਨਿਕਲਦਾ, ਲੋਕੀ ਇਹ ਕਹਿੰਦੇ ਫਲਾਣੇ ਦਾ ਬੱਚਾ ਆ ਇਹ, ਜੇ ਮਾੜਾ ਕੰਮ ਕੀਤਾ ਤੇ ਮਾਂ ਦਾ ਨਾਂ ਲੈਂਦੇ ਆ, ਮਾਂ ਨੇ ਇਹਨੂੰ ਸਿਖਾਇਆ ਕੀ ਆ। ਯੈਸ। ਤੇ ਇਸ ਕਰਕੇ ਮੈਂ ਸੋਚਦੀ ਰੋਟੀ ਬੇਸ਼ੱਕ ਘੱਟ ਖਾ ਲਓ, ਕੱਪੜਾ ਮਾੜਾ ਪਾ ਲਓ, ਸਸਤਾ ਪਾ ਲਓ, ਮਹਿੰਗਿਆਂ ਨੂੰ ਕਿਸੇ ਨੇ ਤੁਹਾਨੂੰ ਇਨਾਮ ਨਹੀਂ ਦੇਣਾ, ਪਰ ਟਾਈਮ ਕੱਢੋ ਆਪਣੇ ਕੰਮ ਚੋਂ, ਕੰਮ ਘੱਟ ਥੋੜਾ ਕਰਕੇ ਬੱਚਿਆਂ ਨੂੰ ਜ਼ਰੂਰ ਇਹ ਸੰਸਕਾਰ ਦਿਓ ਕਿ ਬਜ਼ੁਰਗਾਂ ਦੀ, ਸਿਆਣਿਆਂ ਦੀ ਇੱਜ਼ਤ ਕਰੋ, ਆਪਣੇ ਕਲਚਰ ਨਾਲ ਜੁੜੇ ਰਹੋ। ਹੁਣ ਜਿਵੇਂ ਮੈਂ ਆਪਣੇ ਤੋਂ ਹੀ ਸ਼ੁਰੂ ਕਰਦੀ, ਮੈਂ ਕੋਸ਼ਿਸ਼ ਕੀਤੀ ਆ, ਜਿਵੇਂ ਮੇਰੇ ਹਸਬੈਂਡ ਪਹਿਲਾਂ ਪੱਗ ਨਹੀਂ ਸੀ ਬੰਨ੍ਹਦੇ, ਮੈਂ ਉਹਨਾਂ ਨੂੰ ਕਹਿ ਕੇ ਲਾਇਆ ਸੀ ਸਰਦਾਰ, ਹੌਲੀ ਹੌਲੀ ਪੱਗ ਬੰਨਣ ਤੇ ਲਾਇਆ। ਫਿਰ ਹੁਣ ਬੇਟਾ ਮੇਰਾ ਵੀ ਸਰਦਾਰ ਆ, ਪਾਠ ਕਰਦਾ ਆ, ਛੋਟਾ ਅੱਜ 15 ਸਾਲ ਦਾ ਆ, ਬੇਟੀ ਵੀ ਪਾਠ ਕਰਦੀ ਆ, ਉਹ ਵੀ ਪੰਜਾਬੀ ਬੋਲਦੇ ਆ ਦੋਨੇ, ਬੇਟੀ ਮੇਰੀ ਤੇ ਥੋੜੀ ਪੰਜਾਬੀ ਵੀ ਪੜ੍ਹ ਲੈਂਦੀ ਆ। ਵੈਰੀ ਗੁੱਡ। ਤੇ ਇਹਨਾਂ ਨੂੰ ਮੈਂ ਕੋਸ਼ਿਸ਼ ਕੀਤੀ ਹੈ। ਤੇ ਦੂਜੀ ਗੱਲ, ਕਦੀ ਨਹੀਂ ਕਿਹਾ ਕਿ ਤੁਸੀਂ ਇਹਦੀ ਨਹੀਂ ਇੱਜ਼ਤ ਕਰਨੀ, ਉਹਦੀ ਨਹੀਂ ਕਰਨੀ। ਜੇ ਸਹੁਰਿਆਂ ਨੇ ਜੇ ਮੇਰੇ ਨਾਲ ਕੋਈ ਬੁਰਾ ਸਲੂਕ ਕੀਤਾ ਜਾਂ ਕਿਸੇ ਹੋਰ ਨੇ ਕੀਤਾ, ਇਹਦਾ ਮਤਲਬ ਇਹ ਨਹੀਂ ਤੁਸੀਂ ਉਹਨਾਂ ਨੂੰ ਬੇਇੱਜ਼ਤੀ ਕਰੋ, ਉਹਨਾਂ ਨੂੰ ਗਲਤ ਬੋਲੋ, ਨਹੀਂ ਬੋਲਣਾ ਨਹੀਂ। ਆਪਣੇ ਵੱਲੋਂ ਤੁਸੀਂ ਰਿਸਪੈਕਟ ਕਰੋ, ਜੋ ਸਾਡਾ ਫਰਜ਼ ਬਣਦਾ ਉਹ ਕਰੋ, ਜੋ ਅਗਲਾ ਕਰਦਾ ਕਰੀ ਜਾਣ ਦਿਓ, ਉਹ ਉਹਨਾਂ ਦੀ ਫਿਤਰਤ ਆ, ਜੋ ਆਪਣੀ ਆ ਉਹ ਆਪਾਂ ਕਰਨੀ ਆ। ਅੱਛਾ, ਤੁਸੀਂ ਜਿਹੜੀਆਂ ਬੁੱਕਸ ਲਿਖੀਆਂ ਅੱਜ ਤਾਈਂ, ਜਿਹੜੀ ਪੰਜਾਬੀ ਸਾਹਿਤ ਦੀ ਤੁਸੀਂ ਝੋਲੀ ਦੇ ਵਿੱਚ ਪਾਈਆਂ, ਉਹ ਕਿੰਨੀਆਂ ਕਿਤਾਬਾਂ ਹੈਗੀਆਂ ਜਿਹੜੀਆਂ ਤੁਹਾਡੀ ਰਚਨਾਵਾਂ ਹੈਗੀਆਂ? ਇਹ ਜੀ ਮੈਂ ਤਕਰੀਬਨ 2000 ਚ ਦੁਬਾਰਾ ਤੋਂ ਲਿਖਣਾ ਸ਼ੁਰੂ ਕੀਤਾ ਆ। 2000 ਦੇ ਐਂਡ ਤੇ ਹੀ ਤਕਰੀਬਨ 21 ਜਿੱਦਾਂ 2000 ਦੇ ਸ਼ੁਰੂ ਚ ਅਪ੍ਰੈਲ ਮਈ ਤੋਂ ਤਕਰੀਬਨ 2 ਸਾਲ ਹੀ ਹੋਏ ਲਾ ਲਓ। ਤੇ ਉਹਨਾਂ 2 ਸਾਲਾਂ ਚ ਹੀ ਮੈਂ 2 ਆਪਣੀਆਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ, ਕਵਿਤਾਵਾਂ ਦੀਆਂ, ਗੀਤਾਂ ਦੀਆਂ। ਇੱਕ ਸੱਚ ਦੇ ਬੋਲ ਆ, ਇੱਕ ਦਰਦ ਵੱਲੜੇ, ਤੇ ਬਾਕੀ ਇੱਕ ਕੈਨੇਡਾ ਤੋਂ OFC ਆ, ਓਨਟਾਰੀਓ ਫਰੈਂਡਸ ਕਲੱਬ, ਹੈਗਾ ਉਹਨਾਂ ਵੱਲੋਂ ਕਿਤਾਬ, ਹਾਂਜੀ, ਫਲਕ ਛਪੀ ਸੀ, ਉਹਦੇ ਚ ਮੇਰੀਆਂ ਕਹਾਣੀਆਂ ਕਵਿਤਾਵਾਂ ਛਪੀਆਂ। ਤੇ ਇੱਕ ਦੋ ਹੋਰ ਸਿਰਜਣਹਾਰੇ ਆ, ਕਿਤਾਬ ਨਾਭੇ ਤੋਂ ਕਵਿਤਾਵਾਂ ਦਾ ਸੰਗ੍ਰਹਿ ਆ, ਉਹਦੇ ਚ ਆ ਕਾਫੀ ਹੋਰ ਕਿਤਾਬਾਂ। ਤੇ ਹੋਰ ਜੇ ਸਾਂਝੇ ਕਵੀਆਂ ਨਾਲ ਤਾਂ ਬਹੁਤ ਆ ਜਿਨ੍ਹਾਂ ਚ ਮੇਰੀਆਂ ਕਵਿਤਾਵਾਂ ਆ, ਕਈ ਮੈਨੂੰ ਹੁਣ ਜਵਾਨੀ ਯਾਦ ਨਹੀਂ, ਪਰ ਮੇਰੀਆਂ ਆਪਣੀਆਂ ਹਲੇ 2 ਹੀ ਆ, ਸੱਚ ਦੇ ਬੋਲ ਤੇ ਦਰਦ ਵੱਲੜੇ। ਠੀਕ ਤੇ ਹੈ। ਇਹ ਮੈਂ ਇਹਨਾਂ 2 ਸਾਲਾਂ ਚ ਹੀ ਤੇ 3 ਗੀਤ ਮੈਂ ਰਿਕਾਰਡ ਕਰਵਾਏ ਸੀ, ਉਹ ਵੀ ਏਦਾਂ ਸਬੱਬ ਬਣਿਆ। ਮੇਰੀਆਂ ਇੰਟਰਵਿਊ ਚੱਲ ਰਹੀਆਂ ਸੀ, ਮੈਂ ਗਾ ਕੇ ਸੁਣਾਉਂਦੀ ਸੀ, ਤੇ ਉਹਨਾਂ ਨੇ ਆਪਣੇ ਅਕਾਲ ਚੈਨਲ ਤੇ ਰੂਪ ਦਵਿੰਦਰ ਜੀ ਆ ਕੁੜੀ ਆਪਣੇ ਇੰਟਰਵਿਊ ਕਰਦੀ, ਤੇ ਉਹਨਾਂ ਨੇ ਫਿਰ ਮੈਨੂੰ ਸਪੋਰਟ ਕੀਤੀ, ਕਹਿੰਦੇ ਤੁਸੀਂ ਗਾ ਸਕਦੇ ਆ। ਮੈਂ ਕਿਹਾ ਮੈਨੂੰ ਪਤਾ ਨਹੀਂ ਕੁਛ ਕਰਨ ਦਾ, ਕਿਵੇਂ ਕਰਨਾ।
ਤੇ ਹਾਂਜੀ ਉਹਨੇ ਫਿਰ ਮੇਰੀ ਹੈਲਪ ਕੀਤੀ ਤੇ ਇੱਕ ਗੀਤ ਰਿਕਾਰਡ ਕੀਤਾ। ਫਿਰ ਮੈਂ ਬਸ ਉਸੇ ਸਾਲ ਹੀ ਲਗਾਤਾਰ 2 ਹੋਰ ਆਪਣੇ ਲਿਖੇ ਗੀਤ ਰਿਕਾਰਡ ਕਰਵਾਏ। ਹਾਂਜੀ। ਅੱਛਾ, ਤੁਸੀਂ ਇਹ ਤਾਂ ਤੁਹਾਡਾ ਸਾਹਿਤਕ ਸਫ਼ਰ ਹੋ ਗਿਆ। ਜੀ। ਤੁਸੀਂ ਜਦੋਂ ਵਰਦੀ ਪਾ ਕੇ ਸਵੇਰੇ ਕੰਮ ਤੇ ਜਾਂਦੇ ਆ ਇੱਕ ਫੋਰਸ ਵਾਂਗੂ, ਤੇ ਤੁਹਾਨੂੰ ਥੋੜਾ ਜਿਹਾ ਮਾਣ ਮਹਿਸੂਸ ਹੁੰਦਾ ਹੋਊਗਾ, ਤੁਹਾਨੂੰ ਫੱਬਦੀ ਹੋਣੀ ਵਰਦੀ ਜਦੋਂ ਤੁਸੀਂ ਵਰਦੀ ਪਾ ਕੇ ਤੁਰਦੇ। ਬਿਲਕੁਲ ਜੀ, ਮਾਣ ਤਾਂ ਹੁੰਦਾ ਹੀ ਆ। ਪਰ ਮੈਂ ਇੱਕ ਗੱਲ ਮੈਂ ਵੀ ਹੋਰ ਵੀ ਸੋਚਦੀ ਹਾਂ, ਜਦੋਂ ਤੁਰਦੇ ਪਰਮਾਤਮਾ ਦਾ ਨਾਮ ਲੈ ਕੇ ਉਹਦਾ ਸ਼ੁਕਰ ਕਰਕੇ ਤੁਰੀਏ। ਅਸੀਂ ਕੋਈ ਵੀ ਕਿਸੇ ਵੀ ਹਾਲਾਤ 'ਚ ਹੁੰਦੇ ਆ, ਕੋਈ ਵੀ ਜੋਬ ਕਰਦੇ ਆ, ਸਾਨੂੰ ਹਰ ਇੱਕ ਨੂੰ ਮਾਣ ਹੋਣਾ ਚਾਹੀਦਾ ਉਸ ਚੀਜ਼ ਤੇ, ਕਿਉਂਕਿ ਉੱਥੋਂ ਸਾਨੂੰ ਰੋਜ਼ੀ ਰੋਟੀ ਮਿਲਦੀ ਆ। ਇਸ ਕਰਕੇ ਮਾਣ ਤਾਂ ਹੁੰਦਾ ਹੈ ਜੀ ਇਸ ਗੱਲ ਦਾ। ਠੀਕ ਹੈ। ਅੱਛਾ, ਤੁਹਾਨੂੰ ਕੰਮ ਦੇ ਉੱਤੇ ਕਦੀ ਕੋਈ ਕਿਸੇ ਕਿਸਮ ਦੀ ਰੇਸ ਡਿਸਕ੍ਰਿਮੀਨੇਸ਼ਨ ਹੋਈ ਹੋਵੇ ਜਾਂ ਹੇਟ ਕ੍ਰਾਈਮ ਹੋਇਆ ਹੋਵੇ, ਤੁਹਾਡੇ ਨਾਲ ਕਿਸੇ ਨੇ ਇੱਦਾਂ ਦਾ ਕੋਈ ਸਲੂਕ ਕੀਤਾ ਹੋਵੇ ਤੁਹਾਡੇ ਇਸ ਨੌਕਰੀ ਦੇ ਪੀਰੀਅਡ ਦਾ? ਹੇਟ ਤਾਂ ਹੁੰਦੀ ਆ। ਜਦੋਂ ਤੁਸੀਂ ਕੁਛ ਅਲੱਗ ਕਰਦੇ ਆ ਲੋਕਾਂ ਨਾਲੋਂ, ਤੇ ਤੁਹਾਡੇ ਹੇਟਰਸ ਬਹੁਤ ਹੁੰਦੇ ਆ। ਜੇ ਤੁਸੀਂ ਕੁਛ ਨਹੀਂ ਕਰਦੇ, ਜੀ ਕਰੀ ਜਾਂਦੇ ਆ, ਤਾਂ ਤੁਹਾਨੂੰ ਲੱਗਦਾ ਹੁੰਦਾ ਬੜਾ ਚੰਗਾ ਆਲਾ ਦੁਆਲਾ, ਬਹੁਤ ਚੰਗੇ ਲੋਕ ਆ। ਹਾਂਜੀ ਇਹ ਕਿਤੇ ਵੀ ਆ, ਤੁਸੀਂ ਵੀ ਦੇਖਿਆ ਹੀ ਹੋਣਾ ਆ। ਜਦੋਂ ਹਾਂਜੀ ਤੁਸੀਂ ਕੁਛ ਹਾਂਜੀ ਅਲੱਗ ਹਾਂਜੀ ਕਰਨ ਦੀ ਕੋਸ਼ਿਸ਼ ਕਰਦੇ ਆ, ਤੁਹਾਡੇ ਹੇਟਰਸ ਬਹੁਤ ਹੁੰਦੇ ਆ। ਤੇ ਬਾਕੀ ਤੁਸੀਂ ਆਪਣੇ ਤਰੀਕੇ ਦੇ ਨਾਲ ਉਸ ਚੀਜ਼ ਚੋਂ ਨਿਕਲ ਸਕਦੇ ਆ। ਉਸ ਤਰੀਕੇ ਨਾਲ ਪਰੇ ਰਹੋ, ਬਸ ਆਪਣਾ ਕੰਮ ਕਰਦੇ ਰਹੋ। ਉਹ ਤਾਂ ਮਤਲਬ ਨਾ ਰੱਖੋ ਕਿਸੇ ਨਾਲ। ਜਿੰਨਾ ਕੁ ਹੈਗਾ ਓਨਾ ਹੀ ਬੋਲੋ, ਵਾਧੂ ਨਾ ਬੋਲੋ। ਕੋਸ਼ਿਸ਼ ਕਰੋ ਖੁਦ ਕੰਟਰੋਲ ਕਰਨ ਦੀ ਕਿ ਤੁਸੀਂ ਕਿਵੇਂ ਕਰਨਾ। ਬਾਕੀ ਹੇਟ ਇਹ ਤਾਂ ਜ਼ਰੂਰ ਹੈਗੀ ਆ, ਪੱਕੀ ਗੱਲ ਆ। ਹੇਟਰਸ ਬਹੁਤ ਹੁੰਦੇ ਆ, ਤੰਗ ਵੀ ਕਰਦੇ ਤੁਹਾਨੂੰ, ਸਿੱਧੇ ਅਸਿੱਧੇ ਤਰੀਕੇ ਦੇ ਨਾਲ ਪਰੇਸ਼ਾਨ ਵੀ ਕਰਦੇ ਆ। ਪਰ ਜੇ ਤੁਸੀਂ ਆਪਣੀ ਜੋਬ ਪ੍ਰੋਪਰ ਕਰ ਰਹੇ ਆ, ਤਾਂ ਤੁਹਾਡੀ ਰਿਸਪੈਕਟ ਜਿਹੜੀ ਖੋ ਨਹੀਂ ਸਕਦੇ, ਕੁਛ ਨਹੀਂ ਕਰ ਸਕਦੇ, ਹੇਟ ਹੀ ਕਰ ਸਕਦੇ। ਤੁਸੀਂ ਆਮ ਤੌਰ ਦੇ ਉੱਤੇ ਪੰਜਾਬ ਦੇ ਵਿੱਚੋਂ ਬਹੁਤ ਸਾਰੀ ਕੁੜੀਆਂ ਦੀਆਂ ਤਮੰਨਾ ਹੁੰਦੀਆਂ ਵੀ ਅਸੀਂ ਵਿਦੇਸ਼ ਜਾਣਾ, ਪ੍ਰਵਾਸੀ ਮੁੰਡੇ ਨਾਲ ਵਿਆਹ ਕਰਾਉਣਾ, ਤੇ ਹਾਂਜੀ ਬਹੁਤ ਸਾਰੀਆਂ ਕੁੜੀਆਂ ਆ ਜਾਂਦੀਆਂ, ਉਹਨਾਂ ਦੀ ਇੱਛਾ ਪੂਰੀ ਹੋ ਜਾਂਦੀ ਆ, ਬਹੁਤ ਸਾਰੀਆਂ ਉੱਥੇ ਰਹਿ ਜਾਂਦੀਆਂ ਕਿਸੇ ਨਾ ਕਿਸੇ ਕਮੀ ਦੇ ਕਾਰਨ। ਤੇ ਆਮ ਤੌਰ ਦੇ ਉੱਤੇ ਹੁਣ ਆਪਾਂ ਦੇਖਿਆ ਵੀ ਇਹ ਹਾਂਜੀ ਰੋਜ਼ ਪੜ੍ਹਦੇ ਸੁਣਦੇ ਹੈਗੇ ਆ ਵੀ ਕੁੜੀਆਂ, ਫਲਾਣੀ ਕੁੜੀ ਨਾਲ ਫਲਾਣੇ ਮੁੰਡੇ ਦਾ ਵਿਆਹ ਹੋ ਗਿਆ, ਮੁੰਡਾ ਮੁੜ ਕੇ ਵਾਪਸ ਨਹੀਂ ਆਇਆ, ਕੁੜੀ ਉੱਥੇ ਵਿਚਾਰੀ ਦਰ ਦਰ ਦੀਆਂ ਠੋਕਰਾਂ ਖਾਂਦੀ ਹੈ। ਸਾਡਾ ਵੀ ਐਕਸਪੀਰੀਅੰਸ, ਕੁੜੀਆਂ ਸਾਨੂੰ ਵੀ ਜੀ ਮਿਲਦੀਆਂ ਨੇ। ਹਾਂਜੀ। ਤੁਸੀਂ ਇਹੋ ਜਿਹੀਆਂ ਕੁੜੀਆਂ ਨੂੰ ਕੀ ਸਲਾਹ ਦੇਣੀ ਚਾਹੁੰਦੇ ਆ ਵੀ ਇਹ ਆਪਣੇ NRI ਲਾੜੇ ਲਈ ਚੋਣ ਕਰਨ ਲਈ ਕੀ ਕੀ ਗੱਲਾਂ ਦਾ ਉਹ ਧਿਆਨ ਰੱਖਣ? ਅਹ ਇਹਦੇ 'ਚ ਪੁੱਛ-ਗਿੱਛ ਹੀ ਕਰ ਸਕਦੇ ਆ ਕਿ ਕਿਵੇਂ ਦਾ ਆ। ਜਿਹਦੇ ਪਿੱਛੇ ਤਾਂ ਕੋਈ ਉਹਨਾਂ ਨੂੰ ਪਤਾ ਜ਼ੋਰ ਚੱਲ ਸਕਦਾ, ਕੁੜੀ ਪਿੱਛੇ ਆ ਸਕਦੀ ਆ, ਤੇ ਕਰਦੇ ਅਣਜਾਣ-ਪੁਣੇ 'ਚ ਜਿੱਥੇ ਤੁਹਾਨੂੰ ਕਈ ਅਣਜਾਣ ਵੀ ਚੰਗੇ ਆ, ਉਹ ਵੀ ਨਹੀਂ ਕਹਿ ਸਕਦੇ। ਕਈ ਅਚਾਨਕ ਅਣਜਾਣ ਗਏ ਆ, ਉੱਥੇ ਦੇਖਿਆ ਅਚਾਨਕ ਕਿਸੇ, ਭਾਵੇਂ ਗਰੀਬ ਆ ਕੁੜੀ ਜਾਂ ਕਿੱਦਾਂ, ਕਿਸੇ ਨੇ ਦੱਸ ਪਾਈ, ਉਹਨੂੰ ਵਿਆਹ ਕੀਤਾ, ਉਹ ਫੁੱਲਾਂ ਵਾਂਗੂ ਰੱਖੀਆਂ ਆ। ਹਾਂਜੀ ਹਾਂਜੀ ਇਹ ਆਪਣੇ ਲਈ ਬੜਾ ਔਖਾ ਆ ਕਹਿਣਾ। ਪਰ ਉੱਥੇ ਵੀ ਮੇਰੀ ਇੰਟਰਵਿਊ ਰੇਡੀਓ 1-2 ਥਾਵਾਂ ਤੇ ਉਹਨਾਂ ਨੇ ਕੀਤੀ, ਮੈਂ ਜਾ ਨਹੀਂ ਸੀ ਸਕਦੀ ਬਾਹਰ, ਤੇ ਆਨਲਾਈਨ ਹੀ ਕਰ ਲਈ ਸੀ। ਫਿਰ ਤਾਂ ਉੱਥੇ ਵੀ ਉਹਨਾਂ ਨੇ ਇਹੀ ਸਵਾਲ ਕੀਤਾ ਸੀ, ਤੁਸੀਂ ਬੱਚਿਆਂ ਨੂੰ ਕੀ ਕਹਿਣਾ? ਤੇ ਮੈਂ ਇੱਕੋ ਹੀ ਗੱਲ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੇ ਤਾਂ ਤੁਸੀਂ ਪਿੱਛੇ ਚਲੇ ਗਏ ਤੇ ਤੁਹਾਡੀ ਕਿਸਮਤ ਵਧੀਆ ਆ। ਪਰ ਉਹ ਤੋਂ ਪਹਿਲਾਂ ਜਿੱਦਣ ਤੋਂ ਤੁਸੀਂ ਸੋਚ ਲਿਆ ਤੁਸੀਂ ਹੁਣ ਬਾਹਰ ਜਾਣਾ ਆ, ਸੋਚਣਾ ਛੱਡ ਦਿਓ। ਤੁਹਾਨੂੰ ਬੇਹੀ ਰੋਟੀ ਮਿਲਦੀ ਕਿ ਤਾਜ਼ੀ ਮਿਲਦੀ, ਚਾਹੇ ਠੰਡੀ ਮਿਲਦੀ ਕਿ ਤੱਤੀ ਮਿਲਦੀ, ਤੁਸੀਂ ਕਿਹੜੇ ਕੱਪੜੇ ਪਾਏ ਤੇ ਮੂੰਹ ਬਣਾਇਆ ਕਿ ਨਹੀਂ ਬਣਾਇਆ, ਭੱਜਣਾ ਆ ਬਸ। ਇਹ ਸਪੀਡ ਹੁਣ ਤੋਂ ਹੀ ਫੜ ਲਓ, ਕਿੱਧਰ ਨੂੰ ਭੱਜਣਾ। ਕੰਮ ਕਰਨਾ, ਕੰਮ ਕੰਮ ਕੰਮ, ਬਸ ਕੰਮ ਕਰੋਗੇ, ਪੈਸੇ ਕਮਾਓਗੇ, ਪੈਰਾਂ ਤੇ ਖੜੋ ਜਾਓਗੇ। ਦੂਜਿਆਂ ਮੂਹਰੇ ਹੱਥ ਨਹੀਂ ਅੱਡਣੇ। ਮੇਰੀ ਮਾਸੀ ਨੇ ਹੈਲਪ ਨਹੀਂ ਕੀਤੀ, ਮੇਰੇ ਮਾਮੇ ਨੇ ਨਹੀਂ ਕੀਤੀ, ਮੇਰੇ ਉਹਨੇ ਨਹੀਂ ਕੀਤੀ। ਇਹ ਚੀਜ਼ਾਂ ਨੂੰ ਮਨ ਚੋਂ ਕੱਢ ਦਿਓ। ਠੀਕ ਹੈ ਜੀ। ਕੋਈ ਕਰ ਜਾਂਦਾ ਭਲੀ ਵਾਹਵਾ, ਨਹੀਂ ਕਰਦਾ ਕਿਸੇ ਤੇ ਆਸ ਨਾ ਰੱਖੋ, ਕਿਸੇ ਨੂੰ ਦੋਸ਼ ਨਾ ਦਿਓ। ਇੱਥੇ ਹਰ ਇੱਕ ਦੀ ਜ਼ਿੰਦਗੀ ਆਪਣੇ ਆਪਣੇ ਹਿਸਾਬ ਨਾਲ ਮੁਸ਼ਕਲ ਨਾਲ ਚੱਲਦੀ ਆ, ਤੇ ਤੁਸੀਂ ਮਿਹਨਤ ਕਰੋ। ਤੇ ਕਈ ਕੁੜੀਆਂ ਹੁਣ ਜਿਹੜੀਆਂ ਉੱਥੋਂ ਫਿਰ ਆ ਨਹੀਂ ਸਕਦੀਆਂ, ਕਈ ਮੁੰਡਿਆਂ ਦਾ ਵੀ ਮੈਂ ਦੇਖਿਆ, ਕਿੰਨੇ ਮੁੰਡਿਆਂ ਨੇ ਖੁਦਕੁਸ਼ੀ ਕਰ ਲਈ। ਜੇ ਅਜਿਹੀ ਨੌਬਤ ਆਉਣੀ ਤਾਂ ਨਹੀਂ ਚਾਹੀਦੀ, ਪਰ ਜੇ ਆ ਹੀ ਜਾਂਦੀ ਆ, ਆਪਾਂ ਉਹਦੇ 'ਚ ਕੁਛ ਕਰ ਨਹੀਂ ਸਕਦੇ। ਆਪਾਂ ਦੂਜੇ ਬੰਦੇ ਨੂੰ ਜ਼ਬਰਦਸਤੀ ਖਿੱਚ ਕੇ ਲਿਆ ਕੇ ਤੇ ਕਰਾ ਨਹੀਂ ਸਕਦੇ। ਜੇ ਇਹਨੇ ਸੋਚ ਹੀ ਲਿਆ ਮੈਂ ਇਹਦੀ ਜ਼ਿੰਦਗੀ ਬਰਬਾਦ ਹੀ ਕਰਨੀ, ਵਿਆਹ ਕਰਾ ਲਿਆ, ਤਾਂ ਮੈਂ ਛੱਡ ਦਿੱਤਾ। ਫਿਰ ਤੁਸੀਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਸ਼ੁਰੂ ਕਰੋ ਉੱਥੇ। ਤੁਸੀਂ ਮਰਨਾ ਕਿਉਂ ਆ? ਚਾਹੇ ਕੋਈ ਮੁੰਡੇ ਆ, ਚਾਹੇ ਕੁੜੀਆਂ ਆ,
ਹੋਣਾ ਨਹੀਂ ਚਾਹੀਦਾ ਏਦਾਂ, ਪਰ ਜੇ ਹੋ ਹੀ ਗਿਆ ਆ ਉਹਨੂੰ ਤੁਸੀਂ ਅਸੈਪਟ ਕਰ ਲਓ, ਹੋ ਗਿਆ ਧੋਖਾ, ਹੋ ਗਿਆ ਕੋਈ ਨਹੀਂ। ਹੁਣ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਵੋ, ਨਵੀਂ ਜ਼ਿੰਦਗੀ ਸ਼ੁਰੂ ਕਰੋ, ਮਿਹਨਤ ਕਰੋ। ਠੀਕ ਹੈ। ਮੁੰਡੇ ਵੀ ਮਿਹਨਤ ਕਰ ਸਕਦੇ ਆ, ਮਿਹਨਤ ਕਰਨ ਦੇ ਬਹੁਤ ਤਰੀਕੇ ਆ, ਲੱਭ ਸਕਦੇ ਆ ਉੱਥੇ। ਹੁਣ ਜਿਵੇਂ ਕਹਿੰਦੇ ਜ਼ਮੀਨ ਹੀ ਆ, ਜ਼ਮੀਨ 'ਚ ਕੀ ਕਰਨਾ, ਤੁਸੀਂ ਡਿਫਰੈਂਟ ਚੀਜ਼ਾਂ, ਖੇਤੀ ਨਵੇਂ ਤਰੀਕਿਆਂ ਨਾਲ ਕਰੋ, ਹੱਥੀਂ ਮਿਹਨਤ ਕਰਨ ਦੀ ਕੋਸ਼ਿਸ਼ ਤਾਂ ਕਰੋ। ਹਾਂਜੀ। ਉਹ ਸ਼ੌਕ ਬਣ ਜਾਂਦਾ ਹੌਲੀ ਹੌਲੀ। ਹੈ ਤਾਂ ਔਖਾ ਆ ਬਹੁਤ। ਹੁਣ ਮੈਂ ਵੀ ਖੇਤੀਬਾੜੀ ਵਾਲੇ ਪਰਿਵਾਰ ਚੋਂ ਆਈ ਆ, ਮੈਨੂੰ ਪਤਾ ਆ ਬਹੁਤ ਚੀਜ਼ਾਂ ਔਖੀਆਂ ਆ, ਪਰ ਔਖੀਆਂ ਕਰਨੀਆਂ ਹੀ ਪੈਂਦੀਆਂ, ਜ਼ਿੰਦਗੀ ਨੂੰ ਅਸੈਪਟ ਕਰਨਾ ਪੈਂਦਾ। ਜਿੱਦਾਂ ਦੇ ਔਖਾ ਤਾਂ ਇੱਥੇ ਵੀ ਆ, ਲੋਕੀ ਹਾਂਜੀ। ਕਲੀਨਿੰਗ ਕਰਦੇ ਆ ਜਿਹੜੇ ਉੱਥੇ ਏਡੀਆਂ ਡਿਗਰੀਆਂ ਲਈਆਂ, ਕਿਉਂਕਿ ਮੇਰੇ ਨਾਲ ਵੀ ਪਹਿਲਾਂ ਹੋਈ ਸੀ। ਜਦੋਂ ਮੈਂ ਦੇਸ਼ ਪ੍ਰਦੇਸ਼ ਦੀ ਜੌਬ ਛੱਡੀ, ਮੈਂ ਇੱਕ ਦੋ ਨੂੰ ਕਿਹਾ ਮੈਨੂੰ ਕੋਈ ਸਵੇਰੇ ਕਰਨ ਦੀ ਜੌਬ ਚਾਹੀਦੀ, ਮੇਰੀ ਬੇਟੀ ਬਹੁਤ ਛੋਟੀ, ਮੇਰੀ ਜ਼ਿੰਮੇਵਾਰੀ ਆ, ਮੈਂ ਇਹਨੂੰ ਆਪਣੇ ਹੱਥੀਂ ਪਾਲਣਾ ਚਾਹੁੰਦੀ ਆ, ਨਾਲ ਮੈਂ ਕੰਮ। ਕਿਸੇ ਨੇ ਕਿਹਾ ਮੈਨੂੰ ਕਲੀਨਿੰਗ ਦੀ ਜੌਬ ਹੈਗੀ ਆ 에어ਪੋਰਟ ਤੇ ਮੈਂ ਕਿਹਾ ਨਹੀਂ, ਮੈਂ ਉੱਥੇ ਇੰਨੀ ਦੁਨੀਆ ਮੈਨੂੰ ਜਾਣਦੀ, ਹੂੰ ਮੈਂ ਇਹ ਜੌਬ ਨਹੀਂ ਕਰਨੀ। ਹੂੰ ਮੈਨੂੰ ਕੋਈ ਕੀ ਕਹੂਗਾ, ਪਤਾ ਨਹੀਂ ਹੁੰਦਾ। ਪਰ ਮੈਂ ਕੋਸ਼ਿਸ਼ ਵੀ ਨਹੀਂ ਛੱਡੀ। ਥੋੜੇ ਮਹੀਨਿਆਂ 'ਚ ਹੀ ਮੈਨੂੰ ਜਿਹੜੀ ਆ ਸਿਕਿਉਰਿਟੀ ਜੌਬ ਮਿਲ ਗਈ, ਪਰ ਫਿਰ ਮੈਂ ਡਟ ਕੇ ਕੰਮ ਕੀਤਾ ਤੇ ਰੱਖੀ ਜਾਂਦੀ। 20 ਸਾਲ ਹੋ ਗਿਆ ਮੈਨੂੰ ਤਕਰੀਬਨ ਇਹਦੇ 'ਚ ਕੰਮ ਠੀਕ ਹੈ ਕਰਦੇ। ਜੀ। ਅੱਛਾ ਜੀ, ਗੁਰਮੇਲ ਜੀ, ਤੁਹਾਡੇ ਨਾਲ ਗੱਲਾਂ ਕਰਨ ਦਾ ਬੜਾ ਮਜ਼ਾ ਆ ਰਿਹਾ ਸੀਗਾ। ਚਾਹੁੰਦਾ ਸੀ ਮੈਂ ਕਿ ਹੋਰ ਲੰਬੇ ਸਮੇਂ ਦੀ ਗੱਲਬਾਤ ਤੁਹਾਡੇ ਨਾਲ ਕੀਤੀ ਜਾਵੇ, ਲੇਕਿਨ ਵਕਤ ਦੀ ਘਾਟ ਕਰਕੇ ਆਪਾਂ ਹੋਰ ਇਸ ਗੱਲ ਨੂੰ ਅੱਗੇ ਨਹੀਂ ਵਧਾ ਸਕਦੇ। ਸੋ ਜੀ, ਇੱਕ ਦਫਾ ਫਿਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਵਕਤ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਯਤਨ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ।